Hello everyone, welcome to the Happy Sir classes। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਅਸੀਂ ਸਾਡੀ ਚੱਲ ਰਹੀ ਇੰਗਲਿਸ਼ ਲਿਟਰੇਚਰ ਦੀ ਮਾਸਟਰ ਕੈਡਰ ਦੀ ਫਤਿਹ ਸੀਰੀਜ਼ ਦੇ ਵਿੱਚ ਇੱਕ ਹੋਰ ਨਵੇਂ ਰਾਈਟਰ ਨੂੰ ਐਡ ਕਰਨ ਜਾ ਰਹੇ ਹਾਂ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਫਸਟ ਪੋਇਟ ਲੋਰੀਏਟ ਜੋ ਰਿਹਾ ਸੀ ਜੌਨ ਡਰਾਈਡਨ, ਜੋ ਕਿ ਰੈਸਟੋਰੇਸ਼ਨ ਏਜ ਦਾ ਇੱਕ ਦਾ ਗ੍ਰੇਟੈਸਟ ਰਾਈਟਰ ਮੰਨਿਆ ਜਾਂਦਾ ਹੈ। ਇਹ ਕਹਿ ਸਕਦੇ ਹਾਂ ਕਿ ਰੈਸਟੋਰੇਸ਼ਨ ਏਜ ਹੈ ਜਿਹੜੀ ਸਾਰੀ ਇਸ ਦੇ ਆਲੇ ਦੁਆਲੇ ਘੁੰਮਦੀ ਹੈ। ਪਹਿਲਾਂ ਅਸੀਂ ਜੌਨ ਡਰਾਈਡਨ ਦੀ ਬਾਇਓਗ੍ਰਾਫੀ ਨੂੰ ਡਿਸਕਸ ਕਰਾਂਗੇ, ਫਿਰ ਕਿਸੇ ਨੇ ਇਸ ਦੇ ਬਾਰੇ ਕੀ ਕਮੈਂਟ ਕੀਤੇ ਨੇ ਉਸ ਨੂੰ ਡਿਸਕਸ ਕਰਨ ਤੋਂ ਬਾਅਦ ਅਸੀਂ ਇਸ ਦੇ ਇੰਪੋਰਟੈਂਟ ਵਰਕਸ ਨੂੰ ਡਿਸਕਸ ਕਰਾਂਗੇ ਅਤੇ ਉਸ ਤੋਂ ਬਾਅਦ ਜਿਹੜੇ ਇੰਪੋਰਟੈਂਟ ਵਰਕ ਨੇ ਉਸ ਦੀ ਸਮਰੀ ਵੀ ਡਿਸਕਸ ਕਰ ਲਵਾਂਗੇ। ਚਲੋ ਅਸੀਂ ਹੁਣ ਸ਼ੁਰੂ ਕਰਦੇ ਹਾਂ। ਜੌਨ ਡਰਾਈਡਨ ਦਾ ਜੋ ਟਾਈਮ ਪੀਰੀਅਡ ਹੈ 1631 ਤੋਂ ਲੈ ਕੇ 1700 ਤੱਕ ਹੈ। ਅਸੀਂ ਦੇਖਦੇ ਹਾਂ ਕਿ ਇਸ ਸਮੇਂ ਹੀ ਰੈਸਟੋਰੇਸ਼ਨ ਦਾ ਟਾਈਮ ਸੀਗਾ, ਇਸ ਕਰਕੇ ਰੈਸਟੋਰੇਸ਼ਨ ਏਜ ਦੇ ਜਿਹੜੇ ਮਹਾਨ ਰਾਈਟਰ ਮੰਨੇ ਜਾਂਦੇ ਨੇ ਜੌਨ ਡਰਾਈਡਨ ਮੰਨੇ ਜਾਂਦੇ ਨੇ। ਜੌਨ ਡਰਾਈਡਨ ਇੱਕ ਇੰਗਲਿਸ਼ ਪਲੇ ਰਾਈਟਰ ਵੀ ਰਹੇ ਨੇ, ਪੋਇਟ ਵੀ ਰਹੇ ਨੇ, ਕ੍ਰਿਟਿਕ ਵੀ ਰਹੇ ਨੇ ਅਤੇ ਟਰਾਂਸਲੇਟਰ ਵੀ ਰਹੇ ਨੇ। ਇਹ ਟਰਾਂਸਲੇਸ਼ਨ ਦਾ ਕੰਮ ਹੈ ਜਿਹੜਾ ਜਦੋਂ ਇਹਨਾਂ ਨੂੰ ਪੋਇਟ ਲੋਰੀਏਟ ਦੀ ਖਿਤਾਬ ਤੋਂ ਹਟਾ ਦਿੱਤਾ ਜਾਂਦਾ ਹੈ, ਥਾਮਸ ਸ਼ੈਡਵੈਲ ਇਹਨਾਂ ਦੀ ਜਗ੍ਹਾ 'ਤੇ ਆ ਜਾਂਦਾ ਹੈ। ਉਸ ਤੋਂ ਬਾਅਦ ਇਹ ਸਿਰਫ ਆਪਣਾ ਇਨਕਮ ਦੇ ਵਾਸਤੇ ਟਰਾਂਸਲੇਸ਼ਨ ਦਾ ਕੰਮ ਕਰਦੇ ਨੇ। ਇੱਕ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਗ੍ਰੇਟੈਸਟ ਲਿਟਰੇਰੀ ਫਿਗਰ ਰਹੇ ਨੇ ਇਸ ਏਜ ਦੇ, ਰੈਸਟੋਰੇਸ਼ਨ ਏਜ ਦੇ। ਇੱਕ ਪੋਰੀਡਨ ਸੀਗੇ। ਪੋਰੀਡਨ ਉਹ ਹੁੰਦੇ ਨੇ ਜਿਹੜੇ ਕੈਵਲੀਅਰ ਦੇ ਖਿਲਾਫ ਹੁੰਦੇ ਨੇ ਜਾਂ ਲਾਅ ਆਫ ਚਰਚ ਦੇ ਖਿਲਾਫ ਹੁੰਦੇ ਨੇ, ਵਿਦਰੋਹੀ ਕਹਿ ਸਕਦੇ ਆਪਾਂ ਉਹਨਾਂ ਨੂੰ। ਐਕਚੁਅਲ ਦੇ ਵਿੱਚ ਜਿਹੜਾ ਜੌਨ ਮਿਲਟਨ ਅਸੀਂ ਪਹਿਲਾਂ ਡਿਸਕਸ ਕਰ ਚੁੱਕਿਆ, ਉਹ ਵੀ ਪਿਓਰ ਪਿਊਰਿਟਨ ਸੀਗਾ। ਪਰ ਇਹਦੇ ਵਿੱਚ ਇੱਕ ਖਾਸ ਗੱਲ ਸੀ, ਇਹਨੇ ਕੈਥੋਲਿਕ ਚਰਚ ਦੇ ਜਿੰਨੇ ਉਸ ਵਕਤ ਦੇ ਕੈਥੋਲਿਕ ਚਰਚ ਦਾ ਜਿਹੜਾ ਕਿੰਗ ਰਿਹਾ ਉਸ ਦੇ ਨਾਲ ਵੀ ਆਪਣਾ ਸੰਬੰਧ ਅੱਛਾ ਰੱਖਿਆ, ਪੁਰੀਟਨ ਦੇ ਨਾਲ ਵੀ ਅੱਛਾ ਰੱਖਿਆ ਹੈ। ਪਰ ਐਂਡ 'ਤੇ ਆ ਕੇ ਇਹ ਥੋੜ੍ਹਾ ਜਿਹਾ ਵਿਗਾੜ ਹੋ ਜਾਂਦਾ, ਜਿਹਦੇ ਕਾਰਨ ਇਸ ਦੀ ਜਿਹੜੀ ਪੋਇਟ ਲੋਰੀਏਟ ਦੀ ਜਿਹੜੀ ਇਸ ਦੀ ਉਪਦੀ ਸੀ ਉਹ ਖੋਹ ਲਈ ਜਾਂਦੀ ਹੈ, ਜਿਹੜੀ ਬਾਅਦ ਦੇ ਵਿੱਚ ਥਾਮਸ ਸ਼ੈਡਵੈਲ ਨੂੰ ਦੇ ਦਿੱਤੀ ਜਾਂਦੀ ਹੈ, ਜਿਹੜਾ ਸੈਕਿੰਡ ਪੋਇਟ ਲੋਰੀਏਟ ਬਣਦਾ। ਇਸ ਤੋਂ ਬਾਅਦ ਇਹ ਦੱਸਣਾ ਚਾਹਾਂਗਾ ਕਿ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਫਸਟ ਪੋਇਟ ਲੋਰੀਏਟ ਕੌਣ ਸੀਗਾ। ਬੈਨ ਜੌਨਸਨ ਨੂੰ ਫਸਟ ਪੋਇਟ ਲੋਰੀਏਟ ਮੰਨਿਆ ਜਾਂਦਾ, ਪਰ ਉਹ ਅਨऑਫੀਸ਼ੀਅਲ ਸੀਗਾ। ਮੀਨ ਟੂ ਸੇ ਜੇਕਰ ਤੁਹਾਡੇ ਕੁਐਸਚਨ ਇਹ ਆਉਂਦਾ ਕਿ ਫਸਟ ਪੋਇਟ ਲੋਰੀਏਟ ਕੌਣ ਸੀ, ਤਾਂ ਬੈਨ ਜੌਨਸਨ ਆਪਸ਼ਨ 'ਚ ਜੇਕਰ ਹੈ ਤਾਂ ਪਹਿਲਾਂ ਆਪਾਂ ਉਸ ਨੂੰ ਚੂਜ਼ ਕਰਾਂਗੇ। ਜੇਕਰ ਉਹ ਨਹੀਂ ਹੈ ਤਾਂ ਅਸੀਂ ਨੇ ਜੌਨ ਡਰਾਈਡਨ ਨੂੰ ਪਿਕ ਕਰਨਾ, ਕਿਉਂਕਿ ਆਫੀਸ਼ੀਅਲ ਤੌਰ ਦੇ ਉੱਤੇ ਜੌਨ ਡਰਾਈਡਨ ਹੈ ਜਿਹੜਾ ਪੋਇਟ ਲੋਰੀਏਟ ਰਿਹਾ 68 ਤੋਂ ਲੈ ਕੇ 88 ਤੱਕ, 1668 ਤੋਂ ਲੈ ਕੇ 1688 ਤੱਕ 20 ਸਾਲ ਇਹ ਪੋਇਟ ਲੋਰੀਏਟ ਰਿਹਾ। 1689 ਦੇ ਵਿੱਚ ਜਾ ਕੇ ਥਾਮਸ ਸ਼ੈਡਵੈਲ ਹੈ ਜਿਹੜਾ ਸੈਕਿੰਡ ਪੋਇਟ ਲੋਰੀਏਟ ਬਣ ਜਾਂਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ, ਇਸ ਦਾ ਜਿਹੜਾ ਟਾਈਮ ਪੀਰੀਅਡ ਰਿਹਾ ਉਹ ਓਲੀਵਰ ਕ੍ਰੋਮਵੈਲ ਦੇ ਨਾਲ ਵੀ ਰਿਹਾ, ਚਾਰਲਸ ਸੈਕਿੰਡ ਦੇ ਨਾਲ ਵੀ ਰਿਹਾ, ਜੇਮਸ ਸੈਕਿੰਡ ਦੇ ਨਾਲ ਵੀ ਰਿਹਾ। ਹੁਣ ਓਲੀਵਰ ਕ੍ਰੋਮਵੈਲ ਕੌਣ ਸੀਗਾ? ਓਲੀਵਰ ਕ੍ਰੋਮਵੈਲ ਇੱਕ ਪਿਓਰ ਪੁਰੀਟਨ ਸੀਗਾ। ਉਸ ਤੋਂ ਬਾਅਦ ਆਉਂਦਾ ਚਾਰਲਸ ਸੈਕਿੰਡ। ਚਾਰਲਸ ਸੈਕਿੰਡ ਇੱਕ ਕੈਥੋਲਿਕ ਸੀਗਾ। ਇੱਕ ਚਾਰਲਸ ਫਸਟ ਹੈ ਜਿਹੜਾ ਉਸ ਦਾ ਬੇਟਾ ਹੁੰਦਾ, ਇਹ ਵਾਪਸ ਆ ਜਾਂਦਾ ਹੈ, ਇਹ ਰਾਜ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਜੇਮਸ ਸੈਕਿੰਡ। ਜੇਮਸ ਸੈਕਿੰਡ ਸੀਗਾ ਜਿਹੜਾ ਜੇਮਸ ਫਸਟ ਦਾ ਬੇਟਾ ਹੁੰਦਾ। ਉਸ ਤੋਂ ਬਾਅਦ ਜੇਮਸ ਫਸਟ ਜਿਹੜਾ ਜੇਮਸ ਸੈਕਿੰਡ ਹੁੰਦਾ ਇਹ ਚਾਰਲਸ ਸੈਕਿੰਡ ਦਾ ਜਿਹੜਾ ਭਰਾ ਹੁੰਦਾ, ਕਿਉਂਕਿ ਚਾਰਲਸ ਸੈਕਿੰਡ ਦਾ ਕੋਈ ਲੈਜੀਟੀਮੇਟ ਸਨ ਨਹੀਂ ਹੁੰਦਾ। ਇਸ ਤੋਂ ਬਾਅਦ ਚੱਲਦੇ ਆ ਕਿ ਫਸਟ ਪੋਇਟ ਲੋਰੀਏਟ ਹੈ ਜਿਹੜਾ ਬਣਦਾ ਇਹ 1668 ਤੋਂ ਲੈ ਕੇ 88 ਤੱਕ 20 ਸਾਲ ਤੱਕ ਪੋਇਟ ਲੋਰੀਏਟ ਦੀ ਇਹਦੀ ਉਪਦੀ ਰਹਿੰਦੀ ਹੈ। ਚਾਰਲਸ ਸੈਕਿੰਡ ਇਸ ਨੂੰ ਪੋਇਟ ਲੋਰੀਏਟ ਬਣਾਉਂਦਾ ਅਤੇ ਇਹਦੇ ਕੋਲ ਇੱਕ ਹੋਰ ਐਂ ਕਹਿ ਸਕਦੇ ਹਾਂ ਡੈਜੀਗਨੇਸ਼ਨ ਹੁੰਦੀ ਹੈ ਉਸ ਸਮੇਂ, ਉਹ ਹੁੰਦੀ ਹੈ ਰਾਇਲ ਹਿਸਟੋਰੀਓਗ੍ਰਾਫਰ। ਰਾਇਲ ਹਿਸਟੋਰੀਓਗ੍ਰਾਫਰ ਉਹ ਹੁੰਦੇ ਨੇ ਜਿਹੜੇ ਚਰਚ ਦੇ ਵਿੱਚ ਹੁੰਦੇ ਨੇ, ਚਰਚ ਦੇ ਜਿਹੜੇ ਵੀ ਹਿਸਟੋਰੀਕਲ ਚੀਜ਼ਾਂ ਨੇ ਉਹਨੂੰ ਬਿਆਨ ਕਰਦੇ ਨੇ, ਜਿਹਨੂੰ ਟਰਾਂਸਲੇਟ ਕਰਦੇ ਨੇ ਜਾਂ ਲੋਕਾਂ ਨੂੰ ਦੱਸਦੇ ਨੇ, ਜਾਂ ਉਹਦੇ ਬੁੱਕਸ ਨੂੰ ਦੇਖਦੇ ਨੇ,
ਉਹ ਹੁੰਦੇ ਨੇ ਹਿਸਟੋਰੀਓਗ੍ਰਾਫਰ। ਰਾਇਲ ਹਿਸਟੋਰੀਓਗ੍ਰਾਫਰ ਵੀ ਰਿਹਾ ਹੈ ਇਹ ਜਿਹੜਾ ਬਣਿਆ ਸੀਗਾ ਪੋਇਟ ਲੌਰੀਅਟ 1668 ਦੇ ਵਿੱਚ ਬਣਿਆ। 1668 ਦੇ ਵਿੱਚ 1668 ਦੇ ਵਿੱਚ ਇਹ ਪੋਇਟ ਲੌਰੀਅਟ ਬਣਦਾ ਹੈ। ਉਸ ਤੋਂ 2 ਸਾਲ ਬਾਅਦ 1670 ਦੇ ਵਿੱਚ ਇਹ ਰਾਇਲ ਹਿਸਟੋਰੀਓਗ੍ਰਾਫਰ ਬਣ ਜਾਂਦਾ ਹੈ। ਇਸ ਦਾ ਜਿਹੜਾ ਜਨਮ ਸੀਗਾ ਉਹ ਐਲਡਵਿੰਕਲੇ ਨਾਰਥਹੈਂਪਟਨਸ਼ਾਇਰ ਦੇ ਵਿੱਚ ਹੁੰਦਾ। ਇਹ ਕਈ ਵਾਰੀ ਐਲਡਵਿੰਕਲੇ ਲਿਖਿਆ ਮਿਲਦਾ ਹੈ, ਸਾਨੂੰ ਨਾਰਥਹੈਂਪਟਨਸ਼ਾਇਰ ਤਾਂ ਮਿਲ ਹੀ ਮਿਲੇਗਾ। ਨਾਰਥਹੈਂਪਟਨਸ਼ਾਇਰ ਦੇ ਵਿੱਚ ਇਹਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਇਹ ਜਨਮ ਤਾਂ ਸੀਗਾ 1631 ਦੇ ਵਿੱਚ ਹੁੰਦਾ। ਮੈਂ ਦੱਸ ਚੁੱਕਿਆ ਕਿ ਟਾਈਮ ਪੀਰੀਅਡ ਇੱਥੋਂ ਸਟਾਰਟ ਹੁੰਦਾ ਹੈ। ਇਹ ਆਪਣੇ ਫਾਦਰ ਦੇ 14 ਬੱਚਿਆਂ ਦੇ ਵਿੱਚੋਂ ਸੀਗਾ। ਇਸ ਤੋਂ ਬਾਅਦ ਕਿ ਇਹਦੇ ਫਾਦਰ ਦਾ ਨਾਮ ਸੀਗਾ ਐਰਾਸਮਸ ਡਰਾਈਡਨ। ਐਰਾਸਮਸ ਡਰਾਈਡਨ ਸੀਗਾ ਜਿਹੜਾ ਫਾਦਰ ਦਾ ਨਾਮ ਸੀਗਾ। ਮੈਰੀ ਪਿਕਰਿੰਗ ਇਹਦੀ ਮਾਤਾ ਦਾ ਨਾਮ ਸੀ। ਮੈਰੀ ਪਿਕਰਿੰਗ ਦੇਖੋ ਲਿਖਿਆ ਤੇ ਡਰਾਈਡਨ ਲਿਖਿਆ ਹੋਇਆ, ਐਰਾਸਮਸ ਲਿਖਿਆ ਹੋਇਆ। ਐਰਾਸਮਸ 14 ਬੱਚਿਆਂ ਦੇ ਵਿੱਚੋਂ ਇੱਕ ਹੀ ਰਾਸ ਆਇਆ ਐਰਾਸਮਸ। ਅੱਛਾ ਹੋਣਾ ਤਾਂ ਹੀ ਤਾਂ ਅਗਲੇ ਪੋਇਟ ਲੌਰੀਅਟ ਬਣ ਗਿਆ। ਮੈਰੀ ਪਿਕਰਿੰਗ, ਮੈਰੀ ਨੇ ਇੱਕ ਵਧੀਆ ਬੱਚੇ ਜਨਮ ਦਿੱਤਾ ਜਿਹਦਾ ਨਾਮ ਸੀਗਾ ਜੌਨ ਡਰਾਈਡਨ। ਪਿਕ ਕੀਤਾ, ਐ ਸਮਝ ਲਓ ਕਿ ਬੰਦੇ ਵਧੀਆ ਨੂੰ ਚੂਜ਼ ਕੀਤਾ। ਜੌਨ ਡਰਾਈਡਨ ਸੀਗਾ ਉਸਦਾ ਨਾਮ। ਸਕੂਲ ਇਸ ਦੇ ਬਾਅਦ ਕੁਝ ਸਕੂਲ ਬਾਰੇ ਕਈ ਵਾਰ ਕੁਐਸਚਨ ਪੁੱਛ ਲੈਂਦਾ ਹੈ ਕਿ ਇਹਦਾ ਸਕੂਲ ਸੀਗਾ ਕਿੰਗਸ ਸਕੂਲ ਰਿਹਾ। ਕਿੰਗਸ ਸਕੂਲ ਦੇ ਵਿੱਚ ਪੜ੍ਹਦਾ ਸੀਗਾ। ਇਸ ਤੋਂ ਬਾਅਦ ਇਹਦੇ ਕਾਲਜ ਦਾ ਨਾਮ ਹੈ ਟ੍ਰਿਨਿਟੀ ਕਾਲਜ। ਕਿੰਗਸ ਸਕੂਲ ਸੀਗਾ, ਟ੍ਰਿਨਿਟੀ ਕਾਲਜ ਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਿਆ। ਸਕੂਲ, ਕਾਲਜ, ਯੂਨੀਵਰਸਿਟੀ, ਕਿੰਗਸ, ਟ੍ਰਿਨਿਟੀ, ਕੈਂਬਰਿਜ। ਦੇਖੋ ਕਿੰਗਸ ਦਾ ਰਾਜਿਆਂ ਦਾ ਸਕੂਲ ਸੀਗਾ, ਉੱਥੇ ਪੜ੍ਹਦਾ ਸੀਗਾ। ਟ੍ਰਿਨਿਟੀ ਕਾਲਜ ਹੈ, ਟ੍ਰੀ ਮਤਲਬ ਕਿ ਤਿੰਨ ਦੀ ਨੀਤੀ ਲਿਖਿਆ ਹੋਇਆ ਬੱਚੇ, ਤਿੰਨ ਨੀਤੀ ਬਣਾਉਂਦਾ ਸੀਗਾ। ਕੈਂਬਰਿਜ ਯੂਨੀਵਰਸਿਟੀ, ਕਿਉਂਕਿ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਬੰਦੇ ਤਿੰਨ ਨੀਤੀਆਂ ਬਣਾ ਕੇ ਜ਼ਿੰਦਗੀ ਵਿੱਚ ਅੱਗੇ ਵਧ ਗਏ, ਪੋਇਟ ਲੌਰੀਅਟ ਬਣ ਗਿਆ। ਜਿਹਦੇ ਕਾਰਨ ਪੋਲੀਟੀਕਲ ਵੀ, ਸੋਸ਼ਲੀ ਵੀ, ਇਕਨੋਮਿਕਲ ਵੀ, ਤਿੰਨੇ ਮਤਲਬ ਮੋਸਟ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਅੱਗੇ ਵਧਣ ਦੇ ਲਈ। ਵਾਈਫ ਕੀ ਸੀਗਾ ਇਸ ਦੀ? ਵਾਈਫ ਦਾ ਨਾਮ ਕੋਈ ਵੀ ਪੁੱਛ ਲੈਂਦਾ, ਲੇਡੀ ਐਲਿਜ਼ਾਬੈਥ ਹਾਵਰਡ ਸੀਗਾ ਇਸ ਦੀ ਵਾਈਫ ਦਾ ਨਾਮ। ਐਲਿਜ਼ਾਬੈਥ ਹਾਵਰਡ ਯਾਦ ਰੱਖਣਾ। ਹਾਵਰਡ ਸੀ ਮਤਲਬ ਕਿ ਉਹਨੂੰ ਕੋਈ ਹਾਵ ਭਾਵ ਨਹੀਂ ਸੀ, ਵਧੀਆ ਪੜ੍ਹੀ ਲਿਖੀ ਸੀ, ਹਾਵਰਡ ਸੀ, ਬਹੁਤ ਹੀ ਮਸ਼ਹੂਰ। ਫਸਟ ਵਰਕ ਇਸਦਾ ਸੀਗਾ, ਜਿਹੜਾ ਪਹਿਲਾ ਵਰਕ ਇਹਨੇ ਲਿਖਿਆ ਸੀਗਾ ਉਹ ਵੈਸਟਮਿੰਸਟਰ ਐਬੇ ਦੇ ਵਿੱਚ ਲਿਖਿਆ। ਜਿੱਥੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵੈਸਟਮਿੰਸਟਰ ਐਬੇ ਦੇ ਵਿੱਚ ਚਰਚ ਹੈ, ਉੱਥੇ ਬਹੁਤ ਸਾਰੇ ਜਿਹੜੇ ਰਾਈਟਰ ਨੇਗੇ ਜਿਹੜੇ ਉੱਥੇ ਦਫਨਾਏ ਜਾਂਦੇ ਨੇ। ਅੱਜ ਵੀ ਉੱਥੇ ਇੱਕ ਐਂ ਕਹਿ ਸਕਦੇ ਕਾਰਨਰ ਬਣਿਆ ਹੋਇਆ। ਇੱਕ ਇਹਨੇ ਐਲਗੇ ਲਿਖੀ ਸੀ ਪਹਿਲੀ, ਅਪੋਨ ਦੀ ਡੈਥ ਆਫ ਲਾਰਡ ਹਾਸਟਿੰਗ ਦੀ ਡੈਥ ਦੇ ਉੱਤੇ ਨੇ ਇੱਕ ਐਲਗੀ ਲਿਖੀ ਵੈਸਟਮਿੰਸਟਰ ਐਬੇ ਦੇ ਵਿੱਚ, ਜਿਹੜਾ ਪਹਿਲਾ ਇਹਦਾ ਵਰਕ ਸੀਗਾ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ। ਫਸਟ ਇੰਪੋਰਟੈਂਟ ਵਰਕ ਸੀਗਾ ਜਿਹੜਾ ਡੈਥ ਔਨ ਦੀ ਓਲੀਵਰ ਕ੍ਰੋਮਵੈਲ ਦੀ। ਓਲੀਵਰ ਕ੍ਰੋਮਵੈਲ ਜਦੋਂ ਮਰ ਜਾਂਦਾ ਉਸ ਦੀ ਡੈਥ ਦੇ ਉੱਤੇ ਇਸਨੇ ਇੱਕ ਵਰਕ ਲਿਖਿਆ ਸੀਗਾ ਇੰਪੋਰਟੈਂਟ, ਜਿਹਨੂੰ ਹਿਰਿਕ ਸਟੈਂਜਾ ਕਹਿੰਦੇ ਨੇ। ਹਿਰਿਕ ਸਟੈਂਜਾ 1660 ਦੇ ਵਿੱਚ ਲਿਖਿਆ ਗਿਆ, ਪਬਲਿਸ਼ ਹੋਇਆ। ਇਹ ਪਬਲਿਸ਼ਿੰਗ ਡੇਟਸ ਹੁੰਦੀਆਂ ਨੇ ਜ਼ਿਆਦਾਤਰ, ਕਿਉਂਕਿ ਲਿਖਿਆ ਤਾਂ ਪਤਾ ਨਹੀਂ ਕਿਸ ਵੇਲੇ ਦਾ ਹੋਏਗਾ। 1660 ਦੇ ਵਿੱਚ ਇਹ ਤੇ ਹਿਰਿਕ ਸਟੈਂਜਾ ਸੀਗਾ ਜਿਹੜਾ ਪਬਲਿਸ਼ ਹੁੰਦਾ। ਦੇਖੋ 1659 ਤੱਕ ਓਲੀਵਰ ਕ੍ਰੋਮਵੈਲ ਰਹਿੰਦਾ, ਉਸ ਤੋਂ ਬਾਅਦ ਅਗਲੇ ਸਾਲ ਇਸ ਨੂੰ ਪਬਲਿਸ਼ ਕਰ ਦਿੱਤਾ ਜਾਂਦਾ। ਲਗਭਗ 60 ਦੇ ਤੱਕ ਹੀ ਉਹ ਰਹਿੰਦਾ। ਉਸ ਤੋਂ ਬਾਅਦ ਇਹਦੇ ਹਿਰਿਕ ਮਤਲਬ ਹੀਰੋ ਸੀਗਾ, ਉਹਦੇ ਸਟੈਂਜੇ ਲਿਖੇ ਗਏ ਨੇ ਕੁਛ, ਕਿਉਂਕਿ ਓਲੀਵਰ ਕ੍ਰੋਮਵੈਲ ਸੀਗਾ ਜਿਹੜਾ ਇਸ ਨੂੰ ਇਹ ਹੀਰੋ ਮੰਨਦਾ ਸੀ, ਕਿਉਂਕਿ ਇਹ ਪਿਓਰ ਪੁਰਿਟਨ ਸੀਗਾ। ਉਸ ਤੋਂ ਬਾਅਦ ਚੱਲਦੇ ਹਾਂ ਰੋਇਲਿਸਟਿਕ। ਇਸ ਦੇ ਵਰਕ ਸੀਗਾ ਇੱਕ ਰੋਇਲਿਸਟਿਕ ਪੈਂਗਰਿਕ ਸੈਲੀਬ੍ਰੇਸ਼ਨ ਆਫ ਦੀ ਰਿਟਰਨ ਆਫ ਦੀ ਚਾਰਲਸ ਸੈਕਿੰਡ। ਜਦੋਂ ਚਾਰਲਸ ਸੈਕਿੰਡ ਆਪਣੀ ਗੱਦੀ ਤੇ ਬੈਠਦਾ ਉਸ ਤੋਂ ਬਾਅਦ ਉਹਦੀ ਪ੍ਰੇਜ਼ ਦੇ ਵਾਸਤੇ ਇੱਕ ਵਰਕ ਲਿਖਦਾ। ਪੈਨਗ੍ਰਿਕ ਦਾ ਮਤਲਬ ਕੀ ਹੁੰਦਾ? ਪ੍ਰੇਜ਼ ਆਫ ਸਮਵਨ, ਕਿਸੇ ਦੀ ਪ੍ਰੇਜ਼ ਕਰਨੀ, ਕਿਸੇ ਦੀਆਂ ਚਰਚਾਵਾਂ ਕਰਨੀਆਂ ਜਾਂ ਕਿਸੇ ਦੇ ਬਾਰੇ ਬਹੁਤ ਵੱਡੀਆਂ ਗੱਲਾਂ ਕਰਨੀਆਂ, ਅੱਛਾ ਸੀਗਾ ਇਹ ਹੈ ਬਹੁਤ ਗੱਲਾਂ ਕਰਨੀਆਂ, ਪੈਨਗ੍ਰਿਕ ਕਹਿੰਦੇ ਨੇ ਉਸਨੂੰ। ਰੋਇਲਿਸਟਿਕ ਤਾਂ ਹੈਗੀ ਸੀ ਕਿਉਂਕਿ ਰਾਇਲ ਸੀਗਾ ਚਾਰਲਸ ਸੈਕਿੰਡ ਜਦੋਂ ਆਪਣੀ ਗੱਦੀ ਤੇ ਵਾਪਸ ਆਉਂਦਾ, ਉਸਦਾ ਜਦੋਂ ਵਾਪਸ ਆਉਂਦਾ, ਜਦੋਂ ਉਸਦੀ ਪ੍ਰਸ਼ੰਸਾ ਕਰਦੇ ਹੋਏ ਵਰਕ ਲਿਖਦਾ। ਕਿਉਂਕਿ ਦੇਖੋ ਓਲੀਵਰ ਕ੍ਰੋਮਵੈਲ ਦਾ ਵੀ ਵਧੀਆ ਸ਼ੁਭ ਚਿੰਤਕ ਰਿਹਾ ਇਹ। ਫਿਰ ਚਾਰਲਸ ਸੈਕਿੰਡ ਆਇਆ, ਉਹਦਾ ਸ਼ੁਭ ਚਿੰਤਕ ਬਣਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਐਕਚੁਅਲ ਦੇ ਵਿੱਚ ਹੈਗਾ ਕੈਥੋਲਿਕ ਹੈ, ਆਪ ਪੁਰਿਟਨ ਹੈ, ਫਿਰ ਵੀ ਰਲ ਮਿਲ ਕੇ ਚੱਲਦਾ, ਜ਼ਿੰਦਗੀ ਨੂੰ ਸਹੀ ਰੱਖਦਾ। ਇਹ ਕਹਿੰਦਾ ਆਪਾਂ ਨੇ ਕਿਆ ਲਿਖਣਾ, ਸਾਰਿਆਂ ਦੇ ਖਿਲਾਫ ਲਿਖਣ ਦੀ ਬਜਾਏ ਸਾਰਿਆਂ ਦੇ ਸਾਰੇ ਫੇਵਰ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ। ਅੱਗੇ ਜਾ ਕੇ ਕੁਛ ਚੀਜ਼ਾਂ ਹੋਰ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਕੀ ਹੈ, ਐਸਟੋਰਿਡਿਕਸ ਨਾਮ ਦਾ ਇੱਕ ਵਰਕ ਲਿਖਦਾ। ਉਸ ਵਕਤ ਜਦੋਂ ਇਹ ਆਉਂਦਾ, ਕੌਣ ਆਉਂਦਾ? ਚਾਰਲਸ ਸੈਕਿੰਡ ਜਦੋਂ ਆਪਣੀ ਗੱਦੀ ਤੇ ਆਉਂਦਾ, ਉਹਦੇ ਫੇਵਰ ਦੇ ਵਿੱਚ ਇੱਕ ਵਰਕ ਲਿਖਦਾ ਐਸਟੋਰਿਡਿਕਸ।
1660 ਦੇ ਵਿੱਚ। ਐਸਟਰੋ ਦਾ ਮਤਲਬ ਕੀ ਹੁੰਦਾ ਹੈ? ਕਿਓਸ ਹੁੰਦਾ ਹੈ। ਐਸਟਰੋ ਦਾ ਮਤਲਬ ਹੁੰਦਾ ਕਿਓਸ, ਟਾਈਮ ਆਫ ਕਿਓਸ ਨੂੰ ਰਿਪਰੈਜ਼ੈਂਟ ਕਰਦਾ ਕਿ ਤੁਸੀਂ ਜਦੋਂ ਹੈ ਨਹੀਂ ਸੀਗੇ ਕਿੰਨਾ ਜ਼ਿਆਦਾ ਕਿਓਸ ਸੀ, ਚੀਜ਼ਾਂ ਠੀਕ ਨਹੀਂ ਸੀਗੀਆਂ ਜੀ, ਜਦ ਤੁਸੀਂ ਆ ਕੇ ਦੇਖੋ ਕਿੰਨਾ ਵਧੀਆ ਕਰਨ ਦੀ ਕੋਸ਼ਿਸ਼ ਕਰੋਗੇ, ਉਮੀਦ ਹੈ ਮੈਨੂੰ ਤੁਹਾਡੇ ਤੋਂ ਤੁਸੀਂ ਠੀਕ ਕਰੋਗੇ, ਸਾਰੀਆਂ ਗੱਲਾਂ ਨੂੰ ਕਹਿੰਦਾ। ਵਰਕ ਦਾ ਨਾਮ ਸੀਗਾ ਐਸਟਰੋਡੈਕਸ। ਰੀ ਮਤਲਬ ਕਿ ਦੁਆਰਾ, ਡੈਕਸ ਦਾ ਮਤਲਬ ਕਿ ਉਹਨੇ ਚੀਜ਼ ਠੀਕ ਕਰਨਾ, ਜਿਹੜਾ ਕਿਓਸ ਕ੍ਰੀਏਟ ਹੋਇਆ ਹੋਇਆ, ਜਿਵੇਂ ਕਿ ਐਸਟਰੀਓ ਦਾ ਮਤਲਬ ਕਿਓਸ ਹੁੰਦਾ ਐਕਚੁਅਲ ਦੇ ਵਿੱਚ, ਟਾਈਮ ਆਫ ਕਿਓਸ। 1660 ਦੇ ਵਿੱਚ ਇਹ ਵਰਕ ਲਿਖਿਆ। ਹੀਰੋ ਕਸਟੈਂਜਾ ਵੀ ਜਦੋਂ ਇਹ ਮਰ ਜਾਂਦਾ ਹੈ, ਕ੍ਰੋਮਵੈਲ ਮਰ ਜਾਂਦਾ ਹੈ, ਉਸ ਨੂੰ ਵੀ ਸ਼ਰਧਾਂਜਲੀ ਦਿੰਦਾ ਵੀ ਤੂੰ ਚੰਗਾ ਸੀਗਾ, ਤੇਰੀਆਂ ਗੱਲਾਂ ਠੀਕ ਸੀਗੀਆਂ, ਤੂੰ ਠੀਕ ਕੀਤਾ, ਸ਼ਾਸਨ ਸਹੀ ਸੀ, ਐਡਮਿਨਿਸਟ੍ਰੇਸ਼ਨ ਪਾਵਰ ਸੀਗੀ ਆਪਣੀ ਪੱਕੀ ਚੱਲੀ, ਆਪਣੇ ਰਾਜ ਨੂੰ ਵਧੀਆ ਚਲਾਇਆ, ਤੁਸੀਂ ਇੱਕ ਵਧੀਆ ਰਾਜੇ ਹੋਣ ਵਾਲੇ ਸੀ, ਸਾਰੀਆਂ ਗੱਲਾਂ ਕਹਿ ਕੇ ਤੁਸੀਂ ਆਪਣਾ ਜੀਵਨ ਕਾਲ ਪੂਰਾ ਕਰ ਗਏ। ਹਿਸਟਰੀ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦਾ। ਅਗਲਾ ਜਿਹੜਾ ਦੂਸਰਾ ਮਤਲਬ ਅਪੋਜ਼ਿਟ ਆ ਜਾਂਦਾ, ਦੂਸਰੀ ਪਾਰਟੀ ਦਾ ਬੰਦਾ ਆ ਜਾਂਦਾ, ਉਸ ਤੋਂ ਬਾਅਦ ਉਹਦੀ ਪ੍ਰਸ਼ੰਸਾ ਕਰਦਾ ਐਸਟਰੋਡੈਕਸ ਦੇ ਵਿੱਚ। ਮੈਨੂੰ ਲੱਗਦਾ ਕਿ ਐਸਟਰੋਡੈਕਸ ਤੇ ਹੈਰੋਇਕ ਜਿਹੜਾ ਸਟੈਂਜਾ, ਇਹਨੂੰ ਯਾਦ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ, ਉਹਨੂੰ ਹੀਰੋ ਬਣਾਉਂਦਾ ਸਟੈਂਜਾ ਲਿਖਦਾ। ਉਸ ਤੋਂ ਬਾਅਦ ਇਸ ਦੇ ਬਾਅਦ ਇਹਨੂੰ ਕਹਿੰਦਾ ਵੀ ਕਿਓਸ ਦਾ ਟਾਈਮ ਸੀਗਾ, ਤੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸੇ ਸਾਲ ਹੀ ਲਿਖਦਾ, ਕਿਉਂਕਿ ਉਸੇ ਸਾਲ ਹੀ ਉਹ ਰਾਜਾ ਜਿਹੜਾ ਕਿੰਗ ਸੀਗਾ ਚਾਰਲਸ ਸੈਕਿੰਡ ਆਉਂਦਾ, ਕਿਉਂਕਿ ਚਾਰਲਸ ਸੈਕਿੰਡ ਹੈ ਜਿਹੜਾ ਉਹ ਕ੍ਰੋਮਵੈਲ ਤੋਂ ਬਾਅਦ ਆਉਂਦਾ। ਇਸ ਤੋਂ ਬਾਅਦ ਅੱਗੇ ਚੱਲਦੇ ਆ। ਬਲੱਡ ਲੈਸ ਰੈਵੋਲੂਸ਼ਨ ਸੀਗੀ, ਉਹ ਆਪਾਂ ਨੂੰ ਪਤਾ ਕਿ ਬਲੱਡ ਲੈਸ ਰੈਵੋਲੂਸ਼ਨ ਹੋਈ ਸੀਗੀ 1688 ਦੇ ਵਿੱਚ। 1688 ਦੇ ਵਿੱਚ ਜਿਹੜਾ ਜੇਮਸ ਸੈਕਿੰਡ ਹੁੰਦਾ, ਕਿਉਂਕਿ ਚਾਰਲਸ ਸੈਕਿੰਡ ਤੋਂ ਬਾਅਦ ਜੇਮਸ ਸੈਕਿੰਡ ਆਉਂਦਾ। ਜੇਮਸ ਸੈਕਿੰਡ ਹੁੰਦਾ ਜਿਹੜਾ ਉਸ ਵਕਤ ਇੱਕ ਬਲੱਡ ਲੈਸ ਰੈਵੋਲੂਸ਼ਨ ਜਾਂ ਰੈਵੋਲੂਸ਼ਨ ਆਫ 1688 ਕਹਿੰਦੇ, 1688 ਦੇ ਵਿੱਚ ਕਹਿੰਦੇ ਇੱਕ ਰੈਵੋਲੂਸ਼ਨ ਹੁੰਦੀ ਹੈ, ਜਦੋਂ ਜਿਹੜਾ ਜੇਮਸ ਸੈਕਿੰਡ ਹੁੰਦਾ ਇਹ ਭੱਜ ਜਾਂਦਾ। ਜੇਮਸ ਸੈਕਿੰਡ ਹੁੰਦਾ ਆਪਣੀ ਗੱਦੀ ਛੱਡ ਕੇ ਵਗ ਜਾਂਦਾ, ਜਦੋਂ ਗੱਦੀ ਛੱਡ ਕੇ ਵਗ ਜਾਂਦਾ ਉਸ ਤੋਂ ਬਾਅਦ ਦੁਬਾਰੇ ਫਿਰ ਪੁਰੀਟਨ ਆ ਜਾਂਦੇ ਨੇ। ਪੁਰੀਟਨ ਦੇ ਵਿੱਚ ਵਿਲੀਅਮ ਥਰਡ ਆਉਂਦਾ, ਵਿਲੀਅਮ ਥਰਡ ਆਫ ਔਰੰਜ ਕਹਿੰਦੇ ਨੇ, ਇਹ ਰਾਜਾ ਹੁੰਦਾ, ਇਹ ਵੀ ਇੱਕ ਪੁਰੀਟਨ ਹੁੰਦਾ ਖਾਸ, ਤੇ ਇਹਦੀ ਵਾਈਫ ਹੁੰਦੀ ਹੈ ਕੁਈਨ ਮੈਰੀ। ਇਹ ਗੱਦੀ ਤੇ ਬੈਠ ਜਾਂਦੇ ਨੇ, ਇਹਨੂੰ ਲੜਨ ਦੀ ਕੋਈ ਜ਼ਰੂਰਤ ਨਹੀਂ ਪਈ, ਕਿਉਂਕਿ ਜਿਹੜਾ ਰਾਜਾ ਸੀਗਾ ਆਪਣੀ ਗੱਦੀ ਛੱਡ ਕੇ ਭੱਜ ਗਿਆ, ਕਿਉਂਕਿ ਜੇਮਸ ਸੈਕਿੰਡ ਹੁੰਦਾ ਜਿਹੜਾ ਉਹ ਆਪਣੀ ਗੱਦੀ ਛੱਡ ਕੇ ਭੱਜ ਜਾਂਦਾ। ਵਿਲੀਅਮ ਥਰਡ ਹੁੰਦਾ ਆਪਣੀ ਪੋਜੀਸ਼ਨ ਬਣਾ ਲੈਂਦਾ। ਵਿਲੀਅਮ ਥਰਡ ਤੇ ਉਹਦੀ ਵਾਈਫ ਹੁੰਦੀ ਹੈ ਜਿਹੜੀ ਕੁਈਨ ਮੈਰੀ, ਉਹ ਗੱਦੀ ਤੇ ਬੈਠ ਜਾਂਦੇ ਨੇ ਇੰਗਲੈਂਡ ਦੀ। ਤੇ ਇਸ ਤਰੀਕੇ ਦੇ ਨਾਲ ਹੈ ਜਿਹੜਾ ਇਹਨੂੰ ਕਹਿੰਦੇ ਨੇ ਬਲੱਡ ਲੈਸ ਰੈਵੋਲੂਸ਼ਨ, ਕਿਉਂਕਿ ਬਲੱਡ ਕਿਸੇ ਦਾ ਗਿਰਿਆ ਹੀ ਨਹੀਂ, ਲੜਾਈ ਝਗੜਾ ਹੋਇਆ ਹੀ ਨਹੀਂ, ਕੋਈ ਜ਼ਰੂਰਤ ਹੀ ਨਹੀਂ ਪਈ। ਜੇਮਸ ਸੈਕਿੰਡ ਭੱਜ ਚੁੱਕਿਆ ਤੇ ਵਿਲੀਅਮ ਥਰਡ ਆਫ ਔਰੰਜ ਆ ਚੁੱਕਿਆ, ਤੇ ਕੁਈਨ ਮੈਰੀ ਹੈ ਜਿਹੜੀ ਉਸਦੀ ਵਾਈਫ ਹੈ, ਇਹ ਰਾਜ ਕਰ ਰਹੇ ਨੇ। ਇਸ ਤੋਂ ਬਾਅਦ ਅੱਗੇ ਚੱਲਦੇ ਆ ਲਾਸਟ। ਇਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਜੇਮਸ ਸੈਕਿੰਡ ਭੱਜ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਲਾਸਟ ਜਿਹੜਾ ਆਪਣਾ ਪੋਇਟ ਲੋਰੀਏਟ ਦਾ ਜਿਹੜਾ ਖਿਤਾਬ ਹੁੰਦਾ ਉਹ ਜੌਨ ਡਰਾਈਡਨ ਤੋਂ ਖੋਹ ਲਿਆ ਜਾਂਦਾ। ਜੌਨ ਡਰਾਈਡਨ ਤੋਂ ਖੋ ਕੇ, ਕਿਉਂਕਿ 1688 ਦੇ ਵਿੱਚ ਕੌਣ ਆ ਜਾਂਦਾ? ਵਿਲੀਅਮ ਥਰਡ ਆਫ ਔਰੰਜ ਆ ਜਾਂਦਾ, ਕੁਈਨ ਮੈਰੀ ਤੇ ਆ ਜਾਂਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਇਸ ਤੋਂ ਜਿਹੜਾ ਖਿਤਾਬ ਹੈ ਖੋਹ ਲਿਆ ਜਾਂਦਾ 1689 ਦੇ ਵਿੱਚ। 1699 ਦੇ ਵਿੱਚ ਇਸ ਤੋਂ ਖਿਤਾਬ ਖੋ ਕੇ 88 ਤੱਕ ਹੀ ਰਹਿੰਦਾ। 99 ਦੇ ਵਿੱਚ ਖਿਤਾਬ ਹੈ ਜਿਹੜਾ ਥਾਮਸ ਸ਼ੈਡਵੈਲ ਨੂੰ ਦੇ ਦਿੱਤਾ ਜਾਂਦਾ। ਥਾਮਸ ਸ਼ੈਡਵੈਲ ਸੀਗਾ ਜਿਹੜਾ ਸੈਕਿੰਡ ਪੋਇਟ ਲੋਰੀਏਟ ਸੈਕਿੰਡ ਪੋਇਟ ਲੋਰੀਏਟ ਹੈ ਜਿਹੜਾ ਇੰਗਲਿਸ਼ ਦਾ, ਉਹ ਥਾਮਸ ਸ਼ੈਡਵੈਲ ਹੈ। ਫਸਟ ਜੌਨ ਡਰਾਈਡਨ ਸੀਗਾ। 1668 ਤੋਂ ਲੈ ਕੇ 1668 ਤੋਂ ਲੈ ਕੇ 1688 ਤੱਕ ਰਹਿੰਦਾ। 1689 ਦੇ ਵਿੱਚ ਥਾਮਸ ਸ਼ੈਡਵੈਲ ਹੁੰਦਾ ਜਿਹੜਾ ਸੈਕਿੰਡ ਪੋਇਟ ਲੋਰੀਏਟ ਬਣ ਜਾਂਦਾ। ਅਤੇ ਇੱਕ ਗੱਲ ਹੋਰ ਵੀ ਦੱਸੀ ਸੀਗੀ, ਜਿਹੜਾ ਇਹ ਰਾਇਲ ਹਿਸਟੋਰੀਗ੍ਰਾਫਰ ਸੀਗਾ, ਜਿਹੜੇ ਇਸ ਦੀ ਉਪਲਬਧੀ ਵੀ ਇਹ ਤੋਂ ਖੋਹ ਲਈ ਜਾਂਦੀ ਹੈ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ। ਇਹਦੇ ਪਿੱਛੇ ਕਾਰਨ ਕੀ ਹੁੰਦਾ? ਇਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੁੰਦਾ ਕਿਉਂਕਿ ਇਹ ਕੀ ਕਰਦਾ, ਰਿਫਿਊਜ਼ ਕਰ ਦਿੰਦਾ ਕਿਸ ਚੀਜ਼ ਨੂੰ। ਇਹ ਕਹਿੰਦਾ ਵੀ ਔਥਲੈਂਡ ਤੋਂ ਕੋਰਟ ਦੀ ਔਥਲੈਂਡ ਤੋਂ ਰਿਫਿਊਜ਼ ਕਰ ਦਿੰਦਾ, ਜਿਸ ਦੇ ਕਾਰਨ ਇਸ ਤੋਂ ਕਿਤਾਬ ਖੋਹ ਲਿਆ ਜਾਂਦਾ। ਕੁਐਸਚਨ ਪੁੱਛ ਲਿਆ ਜਾਂਦਾ ਕਿਤਾਬ ਹੋਣ ਦੇ ਪਿੱਛੇ ਵੱਡਾ ਕਾਰਨ ਕੀ ਸੀ? ਵੱਡਾ ਕਾਰਨ ਇਹੀ ਸੀ ਕਿ ਜਿਹੜੇ ਇਹ ਔਥ ਹੈ ਕੋਰਟ ਦੀ, ਉਹ ਲੈਣ ਤੋਂ ਇਨਕਾਰ ਕਰ ਦਿੰਦਾ ਕਿ ਕੋਰਟ ਦੇ ਸਾਰੇ ਕਾਨੂੰਨ ਮੰਨਾਂਗਾ ਜੀ, ਉਹ ਚੀਜ਼ਾਂ ਹੁੰਦੀਆਂ ਉਸ ਦੇ ਵਿੱਚ, ਮੈਂ ਉਸ ਦੇ ਕਦੇ ਖਿਲਾਫ ਨਹੀਂ ਜਾਵਾਂਗਾ। ਇਹ ਔਥਲੈਂਡ ਤੋਂ ਇਨਕਾਰ ਕਰ ਦਿੰਦਾ। ਅਸੀਂ ਪਹਿਲਾਂ ਵੀ ਕਈ ਰਾਈਟਰ ਦੇਖੇ ਨੇ ਜਿਹੜੇ ਔਥਲੈਂਡ ਤੋਂ ਇਨਕਾਰ ਕਰ ਚੁੱਕੇ ਸੀਗੇ, ਉਹਨਾਂ ਦਾ ਫੇਵਰ ਸੀਗਾ ਜਿਹੜਾ ਬੰਦ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਇਹਦੇ ਨਾਲ ਵੀ ਹੁੰਦਾ, ਇਹਨੂੰ ਫੇਵਰ ਤੋਂ ਨਿਕਾਲ ਦਿੱਤਾ ਜਾਂਦਾ। ਕੋਰਟ ਦੇ ਜਿੰਨੇ ਫੇਵਰ ਸੀਗੇ ਇਹਨੂੰ ਮਿਲ ਰਹੇ ਸੀਗੇ ਸਾਰੇ ਨਿਕਾਲ ਦਿੱਤੇ ਜਾਂਦੇ ਨੇ, ਕਿਉਂਕਿ ਚਾਰਲਸ ਸੈਕਿੰਡ ਹੈ ਜਿਹੜਾ ਇਹਨੂੰ ਪੋਇਟ ਲੋਰੀਏਟ ਬਣਾ ਕੇ ਦਿੰਦਾ, ਪੋਇਟ ਲੋਰੀਏਟ ਬਣਾਉਂਦਾ। ਉਸ ਤੋਂ ਬਾਅਦ ਇਹਨੂੰ ਪੈਨਸ਼ਨ ਵੀ ਲਗਾਉਂਦਾ। ਸਾਰੇ ਜਿੰਨੇ ਵੀ ਕੋਰਟ ਦੇ ਫੇਵਰ ਇਹਦੇ ਵਿੱਚ ਹੁੰਦੇ, ਇਹਦੇ ਨਾਲ ਹੁੰਦੇ ਨੇ। ਪਰ ਕਿਉਂਕਿ ਹੁਣ ਚੇਂਜ ਹੋ ਗਈ ਸਰਕਾਰ, ਇਸ ਤੋਂ ਬਾਅਦ ਇਹ ਇਨਕਾਰ ਕਰ ਦਿੰਦਾ ਔਥਲੈਂਡ ਤੋਂ। ਫਿਰ ਇਸ ਤੋਂ ਬਾਅਦ ਕੋਰਟ ਦਾ ਫੇਵਰ ਹੈ ਜਿਹੜਾ ਖਤਮ ਹੋ ਜਾਂਦਾ ਹੈ, ਤੇ ਇਹਦੀ ਪੈਨਸ਼ਨ ਹੈ ਵੀ ਉਹ ਵੀ ਬੰਦ ਹੋ ਜਾਂਦੀ ਹੈ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ।
ਇਸ ਤੋਂ ਬਾਅਦ ਜਦੋਂ ਇਹਦੇ ਕੋਲੇ ਕੋਈ ਹੋਰ ਕੰਮ ਨਹੀਂ ਬਚਦਾ, ਕਿਉਂਕਿ ਸਾਰੀ ਪਾਵਰ ਹੈ ਜਿਹੜੀ ਇਹਦੇ ਖੋਹ ਲਈ ਜਾਂਦੀ ਹੈ ਤੇ ਕੋਰਟ ਇਹਦੇ ਫੇਵਰ 'ਚ ਨਹੀਂ ਹੁੰਦਾ, ਉਸ ਤੋਂ ਬਾਅਦ ਸਿਰਫ ਇਨਕਮ ਦੇ ਵਾਸਤੇ ਇਹ ਕੁਝ ਵਰਕ ਇਹਨੂੰ ਟਰਾਂਸਲੇਟ ਕਰਦਾ। ਉਹਦੇ ਵਰਕ ਦੀ ਕਿਹੜੇ ਟਰਾਂਸਲੇਟ ਕਰਦਾ? ਵਰਜਿਲ ਦਾ ਮੋਸਟ ਇੰਪੋਰਟੈਂਟ ਵਰਕ ਐਨੀਅਡ ਨੂੰ ਇਹ ਟਰਾਂਸਲੇਟ ਕਰਦਾ, ਜਿਹੜਾ ਇਹਦਾ ਬੈਸਟ ਟਰਾਂਸਲੇਸ਼ਨ ਮੰਨੀ ਜਾਂਦੀ ਹੈ। ਕੁਐਸਚਨ ਪੁੱਛ ਲੈਂਦਾ ਕਿ ਇਹਦੀ ਬੈਸਟ ਟਰਾਂਸਲੇਸ਼ਨ ਕਿਹੜੀ? ਜਿਹਦੇ ਵਰਜਿਲ ਦਾ ਵਰਕ ਸੀਗਾ ਐਨੀਅਡ, ਉਹਦੀ ਬੈਸਟ ਟਰਾਂਸਲੇਸ਼ਨ ਮੰਨੀ ਜਾਂਦੀ ਹੈ। ਹੋਮਰ ਦਾ ਇਲੀਅਡ ਨੂੰ ਟਰਾਂਸਲੇਟ ਕਰਦਾ ਹੈ। ਓਵਿਡ ਦਾ ਐਪਿਸਟਲਸ ਐਂਡ ਮੈਟਾਫਰ ਨੂੰ ਟਰਾਂਸਲੇਟ ਕਰਦਾ ਹੈ। ਓਵਿਡ ਦਾ ਐਪਿਸਟਲਸ ਐਂਡ ਮੈਟਾਫਰ ਨੂੰ ਟਰਾਂਸਲੇਟ ਕਰਦਾ ਹੈ। ਹੋਮਰ ਦਾ ਇਲੀਅਡ ਨੂੰ ਯਾਦ ਕਰਨਾ ਐਚ ਆਈ ਹਾਈ ਹੁੰਦਾ ਨਾ, ਐਚ ਆਈ ਹਾਈ ਵੀ ਕਹਿੰਦੇ ਅਸੀਂ, ਤਾਂ ਹੋਮਰ ਦਾ ਇਲੀਅਡ ਸੀਗਾ। ਓ ਈ ਐਮ ਯਾਦ ਰੱਖਣਾ ਹੈ। ਓਵਿਡ ਦਾ ਐਪਿਸਟਲਸ ਐਂਡ ਮੈਟਾਫਰ ਸੀਗਾ, ਓਮ ਕਹਿੰਦੇ ਆਪਾਂ ਓ ਈ ਐਮ। ਵਰਜਲ ਦਾ ਐਨੀਅਡ ਸੀਗਾ, ਵੀ ਏ ਦੀ ਵਰਗੀ ਸ਼ੇਪ ਹੁੰਦੀ ਹੈ, ਜੇਕਰ ਉਲਟਾ ਦਿੰਦੇ ਆ ਤਾਂ ਵੀ ਏ, ਤਾਂ ਵਰਜਲ ਦਾ ਐਨੀਅਡ ਸੀਗਾ, ਇਹ ਬੈਸਟ ਰਹਿੰਦਾ ਵਰਕ ਸੀਗਾ ਇਸਦਾ। ਇਸ ਤੋਂ ਬਾਅਦ ਇਹਦੀ ਡੈਥ ਹੁੰਦੀ ਹੈ, ਜਿਹੜੀ 1700 ਦੇ ਵਿੱਚ ਡੈਥ ਹੁੰਦੀ ਹੈ। 1700 ਦੇ ਵਿੱਚ ਇਹਦੀ ਡੈਥ ਹੋ ਜਾਂਦੀ ਹੈ ਡਿਊ ਟੂ ਦ ਇਨਫਲੇਮੇਸ਼ਨਸ ਆਫ ਗਾਟ ਬਣਨ ਦੇ ਕਾਰਨ, ਗਠੀਆ ਹੋਣ ਦੇ ਕਾਰਨ ਕਹਿ ਸਕਦੇ ਹਾਂ ਵੀ, ਜਦੋਂ ਸੋਜ ਹੋਣ ਦੇ ਕਾਰਨ ਇਸ ਦੀ ਡੈਥ ਹੋ ਜਾਂਦੀ। ਗਾਟ ਸਜੀਆ ਗਠੀਆ ਕਹਿ ਸਕਦੇ ਹਾਂ ਆਪਾਂ। ਇਸ ਤੋਂ ਬਾਅਦ ਇਹਨੂੰ ਦਫਨਾ ਦਿੱਤਾ ਜਾਂਦਾ ਵੈਸਟਮਿਨਸਟਰ ਐਬੇ ਦੇ ਵਿੱਚ, ਇਸ ਨੂੰ ਦਫਨਾਇਆ ਜਾਂਦਾ, ਜਿੱਥੇ ਪਹਿਲੀ ਵਾਰ ਆ ਕੇ ਆਪਣਾ ਵਰਕ ਨੂੰ ਲਿਖਦਾ। ਵੈਸਟਮਿਨਸਟਰ ਐਬੇ ਦੇ ਵਿੱਚ ਇੱਕ ਕਾਰਨਰ ਜਿਹੜੀ ਲੰਡਨ ਦੇ ਵਿੱਚ ਜਗ੍ਹਾ, ਉੱਥੇ ਜਾ ਕੇ ਇਹਨੂੰ ਦਫਨਾ ਦਿੱਤਾ ਜਾਂਦਾ। ਉਸ ਤੋਂ ਬਾਅਦ ਇਸ ਵਾਲਟਰ ਸਕਾਟ ਹੁੰਦਾ ਜਿਹੜਾ, ਅੱਛਾ ਕਿਸ ਪਰਸਨ ਨੇ ਇਸ ਬਾਰੇ ਕੀ ਗੱਲ ਕਹੀ ਹੈ, ਉਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਇਸ ਤੋਂ ਬਾਅਦ ਇੱਥੇ ਤੱਕ ਸਾਰੀ ਦੀ ਜੀਵਨੀ ਖਤਮ ਹੋ ਜਾਂਦੀ ਹੈ ਜਦੋਂ ਇਹਨੂੰ ਦਫਨਾ ਦਿੱਤਾ ਜਾਂਦਾ ਵੈਸਟਮਿਨਸਟਰ ਐਬੇ ਦੇ ਵਿੱਚ ਲੰਡਨ ਦੇ ਵਿੱਚ। ਡੈਥ ਕਾਹਦੇ ਨਾਲ ਹੁੰਦੀ? ਇਨਫਲੇਮੇਸ਼ਨ ਆਫ ਗਾਟ ਦੇ ਨਾਲ ਹੁੰਦੀ ਹੈ। ਹੇਮਰ ਦੇ ਵਰਕ ਸੀਗਾ, ਇਲੀਅਡ ਨੇ ਟਰਾਂਸਲੇਟ ਕੀਤਾ। ਓਵਿਡ ਦਾ ਐਪਿਸਟਲਸ ਐਂਡ ਮੈਟਾਫਰ ਸਭ ਤੋਂ ਬੈਸਟ ਟਰਾਂਸਲੇਸ਼ਨ ਸੀਗੀ, ਜਿਹੜੇ ਵਰਜਿਲ ਦਾ ਐਨੀਅਡ ਸੀਗਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਕਿਸ ਰਾਈਟਰ ਨੇ ਇਸ ਦੇ ਬਾਰੇ ਕੀ ਕਿਹਾ, ਕੀ ਧਾਰਨਾ ਦਿੱਤੀ ਹੈ, ਉਸ ਨੂੰ ਗੱਲ ਕਰਦੇ ਹਾਂ। ਵਾਲਟਰ ਸਕਾਟ ਨੇ ਇਹਨੂੰ ਕਿਹਾ ਕਿ ਗਲੋਰੀਅਸ ਜੌਨ, ਕਿ ਇਹ ਜਿਹੜਾ ਪਰਸਨ ਸੀਗਾ ਜੌਨ ਡਰਾਈਡਨ, ਇਹ ਗਲੋਰੀਅਸ ਸੀਗਾ, ਇਸ ਕਰਕੇ ਇਹਨੂੰ ਕਿਹਾ ਗਲੋਰੀਅਸ ਜੌਨ। ਕੁਐਸਚਨ ਪੁੱਛਿਆ ਕਿ ਗਲੋਰੀਅਸ ਜੌਨ ਕਿਹਨੇ ਕਿਹਾ? ਵਾਲਟਰ ਸਕਾਟ ਨੇ ਕਿਹਾ। ਵਾਟ ਮੀਟਰ ਮਤਲਬ ਕਰੰਟ, ਗਲੋਰੀਅਸ ਹੈ ਮਤਲਬ ਕਿ ਗਲੋਰੀਅਸ ਹੋਏਗਾ, ਗਲੋਰੀਅਸ ਜੌਨ। ਸੈਮੂਅਲ ਪੈਪੇਸ ਨੇ ਕਿਹਾ ਇਹਨੂੰ। ਹੀ ਮੈਟ ਮਿਸਟਰ ਡਰਾਈਡਨ, ਉਹ ਮੰਨ ਕੇ ਚਲੋ ਮਿਸਟਰ ਡਰਾਈਡਨ ਨੂੰ ਮਿਲਿਆ। ਐਂਡ ਹੀ ਰਿਮੇਨਡ ਮਿਸਟਰ ਡਰਾਈਡਨ, ਉਹਨੇ ਮੰਨ ਕੇ ਚਲੋ ਮਿਸਟਰ ਡਰਾਈਡਨ ਨੂੰ ਰਿਮੇਨ ਕੀਤਾ, ਉਸੇ ਤਰ੍ਹਾਂ ਹੀ ਪਾਇਆ। ਦਾ ਪੋਇਟ ਟਿਲ ਦਾ ਡੇ ਆਫ ਹਿਸ ਡੈਥ, ਉਸੇ ਤਰ੍ਹਾਂ ਹੀ ਉਹਨੇ ਦੇਖਿਆ ਜਿਸ ਤਰ੍ਹਾਂ ਉਹ ਮਿਲਿਆ ਸੀਗਾ, ਡੈਥ ਤੱਕ ਉਸਨੇ ਉਸਨੂੰ ਉਸ ਤਰ੍ਹਾਂ ਹੀ ਪਾਇਆ। ਇਹ ਸੈਮੂਅਲ ਮਤਲਬ ਕਿ ਸਮਾਈਲ ਕਰਦਾ ਬੰਦਾ, ਸਿਮਿਊਲ ਬਿਲਕੁਲ ਸਾਦਾ ਸਧਾਰਨ ਜਿਹਾ ਜਿਹਾ ਮਿਲਿਆ ਸੀ ਉਵੇਂ ਹੀ ਮਿਲਿਆ, ਐਵੇਂ ਯਾਦ ਰੱਖ ਸਕਦੇ ਹਾਂ। ਡਾਕਟਰ ਜੌਨਸਨ ਸੀਗਾ ਜਿਹੜਾ ਇਸਨੇ ਕਿਹਾ ਸੀਗਾ ਡਰਾਈਡਨ ਫਾਊਂਡ ਇੰਗਲਿਸ਼ ਪੋਇਟਰੀ ਬ੍ਰਿਕ ਐਂਡ ਲੈਫਟ ਇਟ ਇਨ ਦ ਮਾਰਬਲ। ਕਹਿੰਦਾ ਜਿਹੜਾ ਡਾਕਟਰ ਜੌਨਸਨ ਡਰਾਈਡਨ ਸੀਗਾ, ਉਹਨੂੰ ਇੱਕ ਇੰਗਲਿਸ਼ ਪੋਇਟਰੀ ਦੀ ਇੱਕ ਇੱਟ ਬਣ ਜਾਂਦੀ ਮਿਲਦੀ ਹੈ, ਜਿਹਦੇ ਕਾਰਨ ਉਹਨੇ ਇਸ ਨੂੰ ਮਾਰਬਲ ਬਣਾ ਦਿੱਤਾ। ਬਹੁਤ ਵੱਡੇ ਵੱਡੇ ਪੱਥਰ ਬਣਾ ਦਿੱਤੇ, ਕਹਿ ਸਕਦੇ ਹਾਂ ਕਿ ਇਸਨੇ ਚੀਜ਼ ਨੂੰ ਛੋਟੀ ਮਿਲਣ ਤੋਂ ਬਾਅਦ ਉਹਨੂੰ ਵੱਡਾ ਬਣਾਤਾ। ਐਨਾ ਲਿਖਤੀ ਰੂਪ ਇਹਦਾ ਅੱਛਾ ਸੀਗਾ। ਇਹ ਕਹੀ ਸੀ ਇਹਨੇ ਡਾਕਟਰ ਜੌਨਸਨ ਨੇ। ਡਾਕਟਰ ਜੌਨਸਨ ਕੀ ਹੁੰਦਾ? ਜੌਨਸਨ ਦਾ ਡਾਕਟਰ ਦਾ ਮਤਲਬ ਕਿ ਡਾਕਟਰ ਕਿਸੇ ਚੀਜ਼ ਨੂੰ ਠੀਕ ਕਰਦਾ, ਪਹਿਲਾਂ ਚੀਜ਼ਾਂ ਨੂੰ ਠੀਕ ਕਰਤਾ। ਸੈਮੂਅਲ ਜੌਨਸਨ ਨੇ ਇਸ ਬਾਰੇ ਗੱਲ ਕਹੀ ਸੀ। ਸੈਮੂਅਲ ਪੈਪੇ ਸੀਗਾ। ਸੈਮੂਅਲ ਜੌਨਸਨ ਕੀ ਕਹਿੰਦਾ? ਫਾਦਰ ਆਫ ਲਿਟਰੇਰੀ ਕ੍ਰਿਟਿਸਿਜ਼ਮ ਇਸ ਨੂੰ ਕਿਹਾ ਜਾਂਦਾ। ਸੈਮੂਅਲ ਜੌਨਸਨ ਦੁਆਰਾ ਕਿਹਾ ਜਾ ਗਿਆ ਸੀ ਫਾਦਰ ਆਫ ਲਿਟਰੇਰੀ ਕ੍ਰਿਟਿਸਿਜ਼ਮ। ਇਹ ਵੀ ਗੱਲ ਪੱਕੀ ਹੈ ਕਿ ਇਸ ਨੂੰ ਫਾਦਰ ਆਫ ਰੈਸਟੋਰੇਸ਼ਨ ਏਜ ਵੀ ਕਈ ਵਾਰੀ ਕਹਿੰਦੇ, ਦਾ ਗ੍ਰੇਟੈਸਟ ਪੋਇਟ ਆਫ ਦੀ ਰੈਸਟੋਰੇਸ਼ਨ ਏਜ ਵੀ ਇਸ ਨੂੰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਚੱਲਦੇ ਹਾਂ ਕਿ ਇਹਦੇ ਵਰਕ ਸੀਗੇ, ਇੱਕ ਦੋ ਉਸ ਨੂੰ ਡਿਸਕਸ ਕਰਾਂਗੇ। ਅਗਲੇ ਜਿਹੜੇ ਵਰਕ ਨੇ ਅਗਲੀ ਸਲਾਈਡ 'ਤੇ ਗੱਲ ਕਰਾਂਗੇ। ਇਸ ਦਾ ਜਿਹੜਾ ਵਰਕ ਸੀਗਾ ਇੱਕ ਟੂ ਹਿਸ ਸੈਕਰਡ ਮੈਜੈਸਟੀ, ਟੂ ਸੈਕਰਡ ਦਾ ਪਵਿੱਤਰ, ਮੈਜੈਸਟੀ ਮਤਲਬ ਕਿ ਮੈਜਿਸਟ੍ਰੇਸ਼ਨਸ ਬਾਰੇ ਗੱਲ ਕਰੇਗਾ। 1662 ਦੇ ਵਿੱਚ ਆਇਆ। 1660 ਦੇ ਵਿੱਚ ਅਸੀਂ ਦੋ ਵਰਕਾਂ ਨੂੰ ਡਿਸਕਸ ਕਰ ਚੁੱਕੇ ਹਾਂ। ਇੱਕ ਸੀਗਾ ਹੈਰੋਇਕ ਸਟੈਂਜਾ, ਦੂਸਰਾ ਸੀਗਾ ਐਸਟਰਸ ਰਿਡਕਸ। ਇਹ ਦੋਨੇ ਉਹਨੇ ਇੱਕ ਦੀ ਪ੍ਰੇਜ਼ ਦੇ ਵਾਸਤੇ, ਦੋਨਾਂ ਦੀ ਪ੍ਰੇਜ਼ ਦੇ ਵਾਸਤੇ ਲਿਖੇ ਸੀਗੇ। ਇੱਕ ਨੇ ਡੈਥ 'ਤੇ ਲਿਖੇ ਸੀਗੇ, ਕ੍ਰੋਮਵੈਲ ਦੀ ਡੈਥ 'ਤੇ ਲਿਖੇ ਸੀਗੇ ਹੈਰੋਇਕ ਸਟੈਂਜਾ 1660 ਦੇ ਵਿੱਚ ਆਇਆ ਸੀਗਾ। ਅਤੇ ਐਸਟਰ ਰਿਡਕਸ ਸੀਗਾ ਜਿਹੜੀ ਪ੍ਰੇਜ਼ ਆਫ ਜਿਹੜਾ ਨਵਾਂ ਰਾਜਾ ਆਉਣਾ ਸੀਗਾ ਚਾਰਲਸ ਸੈਕਿੰਡ, ਉਹਦੀ ਪ੍ਰੇਜ਼ ਦੇ ਵਿੱਚ ਲਿਖਦਾ। ਇਸ ਤੋਂ ਬਾਅਦ ਸੀਗੇ ਸੈਕਰਡ ਮੈਜੈਸਟੀ ਸੀਗਾ 1662 ਦੇ ਬਾਅਦ ਦੇ ਵਿੱਚ, ਅਗਲੇ 2 ਸਾਲਾਂ ਦੇ ਬਾਅਦ ਹੀ ਵਰਕ ਲਿਖਦਾ। ਇਹ ਲਿਖਦਾ ਦਾ ਪੈਨਗਰੀ ਔਨ ਹਿਸ ਕੋਰੋਨੇਸ਼ਨ, ਜਦੋਂ ਕੋਰੋਨੇਸ਼ਨ ਹੁੰਦੀ ਹੈ, ਤਾਜ ਜਦੋਂ ਰਾਜੇ ਨੂੰ ਪਹਿਨਾਇਆ ਜਾਂਦਾ ਉਸਨੂੰ ਕੋਰੋਨੇਸ਼ਨ ਕਹਿੰਦੇ ਨੇ। ਪੈਨਗਰੀਸ ਲਿਖਦਾ। ਪੈਨਗਰੀਸ ਮੈਂ ਪਹਿਲਾਂ ਵੀ ਦੱਸ ਚੁੱਕਾ, ਪ੍ਰੇਜ਼ ਦੇ ਵਿੱਚ ਲਿਖਦਾ ਕੋਰੋਨੇਸ਼ਨ ਦੇ। ਟੂ ਮਾਈ ਲਾਰਡ ਚਾਂਸਲਰ, ਟੂ ਮਾਈ ਲਾਰਡ ਚਾਂਸਲਰ ਲਿਖਦਾ, ਚਾਂਸਲਰ ਦੇ ਬਾਰੇ ਲਿਖਦਾ। ਇਹ ਵੀ ਗੱਲਾਂ ਸੀਗਾ ਕਿਉਂਕਿ ਉਹਨੂੰ ਚਾਂਸਲਰ ਕਹਿੰਦਾ ਕਿ ਤੁਸੀਂ ਮੇਰੇ ਵੱਡੇ ਵਧੀਆ ਚਾਂਸਲਰ ਹੋ, ਤੁਸੀਂ ਨੇ ਜ਼ਿੰਦਗੀ ਦੇ ਵਿੱਚ ਇਹ ਉਪਲਬਧੀਆਂ ਕੀਤੀਆਂ ਨੇ, ਮੈਨੂੰ ਉਮੀਦ ਹੈ ਕਿ ਤੁਸੀਂ ਸ਼ਾਸਨ ਨੂੰ ਵਧੀਆ ਚਲਾਓਗੇ। ਉਸ ਤੋਂ ਬਾਅਦ ਲਿਖਦਾ ਹੈ, ਯਾਦ ਰੱਖਣਾ ਕਿ ਇਹ ਕਾਹਦੇ ਵਿੱਚ ਆਉਂਦੀਆਂ ਨੇ, ਦੋ ਵਰਕ ਸੀਗੇ ਇਹਦੇ, ਟੂ ਹਿਸ ਸੈਕਰਡ ਮੈਜੈਸਟੀ
ਆਪਣੇ ਸੈਕਰਡ ਮੈਜਿਸਟ੍ਰੇਸ਼ਨ ਨੂੰ ਜਿਹੜਾ ਅਗਲਾ ਰਾਜਾ ਹੁੰਦਾ ਉਸ ਦੇ ਲਈ ਲਿਖਦਾ ਚਾਰਲਸ ਸੈਕਿੰਡ ਦੇ ਲਈ। ਡਿਪੈਂਡਿੰਗ ਔਨ ਕੋਰੋਨੇਸ਼ਨ ਦੀ ਕੋਰੋਨੇਸ਼ਨ ਦੇ ਬਾਰੇ ਉਹਨੂੰ ਆਪਣਾ ਲਾਰਡ ਚਾਂਸਲਰ ਵੀ ਕਹਿੰਦੇ। ਇਹ ਵਰਕ ਇਹਦੇ ਵਿੱਚ ਲਿਖੇ ਜਾਂਦੇ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਐਨਐਸ ਮਿਰਾਬਿਲਸ। ਐਨਐਸ ਮਿਰਾਬਿਲਸ ਸੀਗਾ ਜਿਹੜੇ 1667 ਦੇ ਵਿੱਚ ਲਿਖਿਆ ਜਾਂਦਾ। ਇਹ ਸੀਗਾ ਜਿਹੜਾ ਸਪਰੈਡ ਦਾ ਗ੍ਰੇਟ ਫਾਇਰ। ਇਹ ਗੱਲ ਵੀ ਕਨਫਿਊਜ਼ਨ ਦਾ ਕੋਈ ਵਿਸ਼ਾ ਨਾ ਰਹਿਣਾ ਚਾਹੀਦਾ ਕਿ ਇੱਕ ਵਾਰ ਇੱਕ ਗ੍ਰੇਟ ਫਾਇਰ ਹੋ ਜਾਂਦੀ ਹੈ 1665 ਤੋਂ 1666 ਦੇ ਵਿੱਚ। ਉਸ ਵਕਤ ਇੱਕ ਗ੍ਰੇਟ ਫਾਇਰ ਹੋ ਜਾਂਦੀ ਹੈ ਜਿਸ ਦੇ ਕਾਰਨ ਲੰਡਨ ਦੇ ਵਿੱਚ ਬਹੁਤ ਸਾਰੀ ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਦੇ ਕਾਰਨ ਬਹੁਤ ਸਾਰੇ ਘਰ ਨੇ ਤਬਾਹ ਹੋ ਜਾਂਦੇ ਨੇ। ਉਸ ਵਕਤ ਲਿਖਿਆ ਜਾਂਦਾ ਐਨਐਸ ਮਿਰਾਬਿਲਸ। ਉਸ ਵਕਤ ਇੱਕ ਡੱਚ ਦੇ ਨਾਲ ਇਹਨਾਂ ਦੀ ਲੜਾਈ ਹੋ ਜਾਂਦੀ 1665 ਤੋਂ ਲੈ ਕੇ 1666 ਤੱਕ। ਉਸ ਤੋਂ ਬਾਅਦ ਇਹ ਚਾਰਲਸ ਸੈਕਿੰਡ ਨੂੰ ਅਸ਼ੋਰ ਕਰਦਾ ਲੋਕਾਂ ਨੂੰ ਰਿਪੇਅਰ, ਮਤਲਬ ਕਿ ਵੀ ਲੰਡਨ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਊਗਾ। ਇੱਕ ਰਾਜਾ ਆਪਣੇ ਕੋਲੇ ਚਾਰਲਸ ਸੈਕਿੰਡ ਜਿਹੜਾ ਕਿ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਦੂਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਆਈਡੀਓਲੋਜੀਜ਼ 'ਤੇ ਗੱਲ ਕਰਦਾ, ਇਹਦੇ ਆਈਡੀਆ ਨੂੰ ਦੱਸਦਾ ਕਿ ਉਹ ਕਿਵੇਂ ਕੰਮ ਕਰੂਗਾ, ਕਿ ਜਿਹਦੇ ਕਾਰਨ ਜਿਹਨੇ ਸਾਡਾ ਨੁਕਸਾਨ ਹੋਇਆ ਭਾਵੇਂ ਵਾਰ ਦੇ ਵਿੱਚ ਹੋਇਆ। ਜਦੋਂ ਡੱਚ ਦੀ ਵਾਰ ਹੋਈ 1665 ਤੋਂ 65 ਤੋਂ ਲੈ ਕੇ 66 ਤੱਕ, ਅਤੇ 65 ਤੋਂ ਲੈ ਕੇ 66 ਤੱਕ ਜਿਹੜੀ ਅੱਗ ਲੱਗੀ ਸੀ ਗ੍ਰੇਟ ਫਾਇਰ ਆਫ ਲੰਡਨ ਦੇ ਨਾਮ ਤੋਂ ਜਾਣਿਆ ਜਾਂਦਾ ਵੀ ਉਹਨਾਂ ਦੇ ਨਾਲ ਜਿਹੜੀ ਤਬਾਹੀ ਹੋਈ ਹੈ ਉਹਨੂੰ ਅਸੀਂ ਜਲਦੀ ਤੋਂ ਜਲਦੀ ਇੱਕ ਸਾਡੇ ਕੋਲ ਮਹਾਰਾਜ ਹੈ ਉਹਦੀਆਂ ਆਈਡੀਓਲੋਜੀਜ਼ ਨੂੰ, ਉਹਦੇ ਆਈਡੀਆ ਦੇ ਵਿਚਾਰਾਂ ਨੂੰ ਲੋਕਾਂ ਸਾਹਮਣੇ ਦੱਸਦੇ। ਉਹ ਵਰਕ ਸੀਗਾ ਉਸਦਾ ਐਨਐਸ ਮਿਰਾਬਿਲਸ। ਐਨਐਸ ਮਿਰਾਬਿਲਸ ਦੇ ਵਿੱਚ ਉਹ ਸਾਰੀ ਗੱਲ ਕਰਦਾ। ਮਿਰਾਬਿਲਸ ਯਾਦ ਰੱਖੋਗੇ ਕਿ ਮੇਰਾ ਬਿੱਲ, ਮੇਰੇ ਬਿੱਲ ਕਿਹੜੇ ਨੇ, ਮੇਰਾ ਬਿੱਲ ਕਿਹੜੇ ਨੇ, ਐਨ ਮਤਲਬ ਕਿ ਉਹ ਬਿੱਲ ਨੇ ਜਿਹੜੇ ਠੀਕ ਕਰ ਲੈਣਗੇ। ਇਸ ਕਰਕੇ ਇਹਦੇ ਆਈਡੀਆ ਨੂੰ ਡਿਸਕਸ ਕਰਦਾ। ਇਹਦਾ ਇੱਕ ਵਰਕ ਸੀਗਾ ਦਾ ਰਾਈਵਲ ਲੇਡੀਜ਼। ਉਹ ਇੱਕ ਟ੍ਰੈਜੋ ਕੈਮੇਡੀ ਸੀ 1663 ਦੇ ਵਿੱਚ, 1663 ਤੋਂ ਲੈ ਕੇ 64 ਦੇ ਵਿੱਚ ਲਿਖੀ ਗਈ ਸੀ ਜਾਂ ਪਬਲਿਸ਼ ਹੋਈ ਹੈ। ਦੋਨੋਂ ਡੇਟ ਕਈ ਵਾਰੀ ਪੁੱਛੇ ਜਾਂਦੀਆਂ ਨੇ, 63 ਵੀ ਹੋ ਸਕਦਾ 64 ਵੀ ਹੋ ਸਕਦਾ, ਇਸ ਕਰਕੇ ਮੈਂ ਦੋਨੋਂ ਡੇਟ ਲਿਖਤੀਆਂ। ਦ ਰਾਈਵਲ ਲੇਡੀਜ਼ ਇਹ ਇੱਕ ਟ੍ਰੈਜੋ ਕੈਮੇਡੀ ਸੀ। ਟ੍ਰੈਜੋ ਕੈਮੇਡੀ ਉਹ ਹੁੰਦੀ ਹੈ ਜਿਹਦੇ ਵਿੱਚ ਟ੍ਰੈਜਡੀ ਵੀ ਹੁੰਦੀ ਹੈ ਅਤੇ ਕਮੇਡੀ ਵੀ ਹੁੰਦੀ ਹੈ, ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ, ਇਸ ਕਰਕੇ ਇਸ ਨੂੰ ਟ੍ਰੈਜਡੀ ਕਮੇਡੀ ਕਹਿੰਦੇ ਨੇ। ਉਸ ਤੋਂ ਬਾਅਦ ਇੰਡੀਅਨ ਕੁਈਨ ਸੀਗੀ ਜਿਹੜੀ, ਇਹਦਾ ਇੱਕ ਵਰਕ ਸੀਗਾ 1664 ਦੇ ਵਿੱਚ ਆਇਆ। ਇਹ ਜਿਹੜਾ ਇੰਡੀਅਨ ਕੁਈਨ ਦਾ ਜਿਹੜਾ ਵਰਕ ਸੀਗਾ ਇਹ ਕੋਲੈਬੋਰੇਸ਼ਨ ਸੀਗਾ ਆਪਣੇ ਇਸਦੇ ਬ੍ਰਦਰ ਇਨ ਲਾਅ ਦੇ ਨਾਲ। ਆਪਾਂ ਨੂੰ ਪਤਾ ਇਹਦੀ ਜਿਹੜੀ ਵਾਈਫ ਸੀਗੀ ਉਸਦਾ ਨਾਮ ਹਾਵਰਡ ਸੀ, ਇਸਦਾ ਨਾਮ ਵੀ ਰੋਬਰਟ ਹਾਵਰਡ ਹੈ। ਇਸ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਵਰਕ ਆਇਆ ਸੀਗਾ ਇੰਡੀਅਨ ਕੁਈਨ 1664 ਦੇ ਵਿੱਚ। ਇੰਡੀਅਨ ਤੋਂ ਯਾਦ ਕਰਕੇ ਅਸੀਂ ਇੱਕ ਹੋਰ ਯਾਦ ਰੱਖਾਂਗੇ ਇੰਡੀਅਨ ਐਮਪਾਇਰ। ਅਗਲੇ ਸਾਲ ਆਇਆ ਇੰਡੀਅਨ ਐਮਪਾਇਰ 1665 ਦੇ ਵਿੱਚ। ਇਹ ਸੀਕਵਲ ਸੀਗਾ, ਇਹ ਹੀਰੋਇਕ ਪਲੇ ਹੈ। ਹੀਰੋਇਕ ਪਲੇ ਮਤਲਬ ਕਿ ਹੀਰੋ ਦੇ ਉੱਤੇ, ਹੀਰੋਇਕ ਪਲੇ ਦੇ ਵਿੱਚ ਕੀ ਹੁੰਦਾ ਜਿਹੜਾ ਹੀਰੋ ਹੁੰਦਾ ਉਹ ਪਲੇ ਪਰਫੋਰਮੈਂਸ ਕਰਦਾ ਅਤੇ ਉਸ ਦੇ ਵਿੱਚ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੁੰਦੀ ਹੈ ਹੀਰੋਇਕ ਬਾਰੇ ਗੱਲ ਹੁੰਦੀ ਹੈ, ਹੀਰੋ ਬਾਰੇ ਗੱਲ ਹੁੰਦੀ ਹੈ। ਇਹ ਸੀਕਵਲ ਸੀਗਾ ਜਿਹੜਾ ਇੰਡੀਅਨ ਕੁਈਨ ਸੀਗਾ, ਇਸ ਦਾ ਸੀਕਵਲ ਹੈ ਜੋ ਇੰਡੀਅਨ ਐਮਪਾਇਰ ਸੀਗਾ। ਮੀਨ ਟੂ ਸੇ ਇੰਡੀਅਨ ਕੁਈਨ ਇੰਡੀਅਨ ਐਮਪਾਇਰ। ਯੋਧੇ ਵਾਲੇ ਯਾਦ ਰੱਖਾਂਗੇ, ਭਾਰਤ ਦੇ ਇੰਪਾਇਰ ਬਾਰੇ ਗੱਲ ਕਰੂਗਾ। ਇਸ ਤੋਂ ਬਾਅਦ ਆਉਂਦਾ ਹੈ ਇੰਡੀਆ ਤੋਂ ਹੀ ਯਾਦ ਰੱਖ ਸਕਦਾ ਕਿ ਔਰੰਗਜ਼ੇਬ ਆਇਆ ਸੀ ਇੰਡੀਆ ਦੇ ਵਿੱਚ, ਕਿਉਂਕਿ ਮੁਗਲ ਸਾਮਰਾਜ ਦੇ ਵਿੱਚ ਸ਼ਾਹਜਹਾਂ ਦਾ ਬੇਟਾ ਔਰੰਗਜ਼ੇਬ ਸੀ। ਸ਼ਾਹਜਹਾਂ ਤੋਂ ਗੱਦੀ ਇਹਨੇ ਕਿਵੇਂ ਹਾਸਲ ਕੀਤੀ, ਉਸ ਤੋਂ ਬਾਅਦ ਇਹਨੇ ਆਪਣੇ ਭਰਾਵਾਂ ਨੂੰ ਮਾਰ ਕੇ ਕਹਿੰਦੇ ਵੀ ਆਪਣੀ ਗੱਦੀ ਦੇ ਉੱਤੇ ਆਪ ਵਾਰਿਸ ਹੋ ਜਾਂਦਾ ਹੈ। ਇਹ 1675 ਦੇ ਵਿੱਚ ਆਇਆ, 10 ਸਾਲਾਂ ਦੇ ਬਾਅਦ 65 ਤੋਂ 75 ਵਿੱਚ ਆਇਆ। ਇੱਕ ਹੀਰੋਇਕ ਪਲੇ ਹੈ ਵੀ, ਇੱਕ ਟ੍ਰੈਜਡੀ ਹੈ। ਕਹਿੰਦੇ ਵੀ ਚਾਰਲਸ ਸੈਕਿੰਡ ਨੇ ਇਸ ਨੂੰ ਸਭ ਤੋਂ ਬੈਸਟ ਕਿਹਾ ਸੀਗਾ ਵੀ ਸਭ ਤੋਂ ਬੈਸਟ ਜਿਹੜਾ ਵਰਕ ਸੀਗਾ ਇਸ ਦਾ ਇਹੀ ਸੀ। ਚਾਰਲਸ ਜਿਹੜਾ ਸੈਕਿੰਡ ਸੀਗਾ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਇਸ ਨੂੰ ਬੈਸਟ ਕਿਹਾ, ਜਿਹਦੇ ਕਾਰਨ ਚਾਰਲਸ ਸੈਕਿੰਡ ਨੇ ਇਸ ਨੂੰ ਪੋਇਟ ਲੋਰੀਏਟ ਦਾ ਖਿਤਾਬ ਵੀ ਦਿੱਤਾ ਸੀ। ਆਪਾਂ ਯਾਦ ਰੱਖ ਸਕਦੇ ਹਾਂ ਕਿ 2-3 ਤਾਂ ਇੰਡੀਅਨ ਨੇ, ਇੰਡੀਅਨ ਕੁਈਨ 1664, ਇਹਦਾ ਸੀਕਵਲ ਸੀਗਾ ਇੰਡੀਅਨ ਐਮਪਾਇਰ 1665। 10 ਸਾਲਾਂ ਦੇ ਬਾਅਦ ਔਰੰਗਜ਼ੇਬ ਆਇਆ। ਔਰੰਗਜ਼ੇਬ ਦਾ ਇੱਕ ਹੀਰੋਇਕ ਪਲੇ ਸੀ, ਇੱਕ ਟ੍ਰੈਜਡੀ ਸੀਗੀ। ਇਹ ਬੈਸਟ ਸੀਗਾ ਜਿਹੜਾ ਚਾਰਲਸ ਸੈਕਿੰਡ ਨੇ ਇਹਨੂੰ ਕਿਹਾ ਸੀ। ਔਰੰਗਜ਼ੇਬ ਦੇ ਵਿੱਚ ਕੁਛ ਚੀਜ਼ਾਂ ਨੇਗੀਆਂ ਇਸ ਵਰਕ ਦੇ ਵਿੱਚ ਮਿਥਿਹਾਸਕ ਵੀ ਨੇ, ਕੁਛ ਜਿਹੜੀਆਂ ਐਕਚੁਅਲ ਦੇ ਵਿੱਚ ਹੈ ਨਹੀਂ ਗੀਆਂ, ਪਰ ਕੁਝ ਚੀਜ਼ਾਂ ਠੀਕ ਵੀ ਨੇ ਕਿ ਕਿਵੇਂ ਇਸਨੇ ਆਪਣੇ ਭਾਈਆਂ ਤੋਂ ਰਾਜ ਖੋਇਆ, ਕਿਵੇਂ ਆਪਣੇ ਫਾਦਰ ਨੂੰ ਬੰਦੀ ਬਣਾਇਆ ਜਾਂ ਉਸ ਤੋਂ ਆਪਣਾ ਰਾਜ ਖੋਹ ਲੈਂਦਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਲ ਫॉर ਦੀ ਲਵ ਆਇਆ ਸੀਗਾ ਇਸ ਦਾ ਵਰਕ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲੇ ਔਰੰਗਜ਼ੇਬ ਹੀ ਸੀ। ਇਸ ਤੋਂ ਬਾਅਦ ਸੀ ਆਲ ਫॉर ਲਵ ਔਰ ਦਾ ਵਰਲਡ ਵਿਲ ਲਾਸਟ। ਇੱਕ ਵਰਕ ਸੀਗਾ ਆਲ ਫॉर ਲਵ, ਇਹ 1678 ਦੇ ਵਿੱਚ ਆਉਂਦਾ। ਇਹ ਕੁਐਸਚਨ ਕਈ ਵਾਰੀ ਪੁੱਛਿਆ ਜਾਂਦਾ ਵੀ ਕਿਸ ਰਾਈਟਰ ਦੀ ਇਮੀਟੇਸ਼ਨ ਹੈ। ਇਹ ਸ਼ੇਕਸਪੀਅਰ ਦਾ ਇੱਕ ਵਰਕ ਸੀਗਾ, ਉਹਦੀ ਇਮੀਟੇਸ਼ਨ ਹੈ ਬਿਲਕੁਲ ਹੀ। ਐਂਟਨੀ ਐਂਡ ਕਲੀਓਪੈਟਰਾ, ਐਂਟਨੀ ਐਂਡ ਕਲੀਓਪੈਟਰਾ ਦਾ ਜਿਹੜਾ ਇਮੀਟੇਸ਼ਨ ਸੀਗੀ ਬਿਲਕੁਲ ਕਾਪੀ ਇਹਨੇ ਲਿਆ।
ਇਹਨੇ ਆਪ ਵੀ ਲਿਖਿਆ ਇਸ ਦੇ ਵਿੱਚ ਕਿ ਮੈਂ ਇਮੀਟੇਟ ਕੀਤਾ ਸ਼ੇਕਸਪੀਅਰ ਦੇ ਇੱਕ ਵਰਕ ਨੂੰ, ਜੋ ਕਿ ਸੀ ਐਂਟਰੀਅਨ ਕਲੀਓਪੈਟਰਾ। ਐਂਟਰੀਅਨ ਕਲੀਓਪੈਟਰਾ ਕੁਐਸਚਨ ਪੁੱਛ ਲੈਂਦਾ ਕਿਹੜੇ ਵਰਕ ਦੀ, ਕਿਹੜਾ ਵਰਕ ਇਮੀਟੇਟ ਹੋਇਆ ਹੈ, ਕਿਸ ਜੌਨ ਡਰਾਈਡਨ ਦੇ ਕਿਸ ਵਰਕ ਦੇ ਵਿੱਚ ਇਮੀਟੇਸ਼ਨ ਹੋਈ ਹੈ, ਆਲ ਫॉर ਲਵ ਦੇ ਵਿੱਚ ਹੋਈ ਹੈ। ਆਲ ਫॉर ਲਵ ਮੀਨ ਟੂ ਸੇ ਇਹਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਦ ਵਰਲਡ ਵੀ ਲੋਸਟ, 1678 ਦੇ ਵਿੱਚ ਆਇਆ, 1678 ਦੇ ਵੀ ਯਾਦ ਰੱਖਣਾ। ਇਸ ਤੋਂ ਬਾਅਦ ਆਇਆ ਸੀ ਵਰਕ ਇਸ ਦਾ ਦ ਵਾਈਲਡ ਗੈਲੈਂਟ, ਇੱਕ ਹੋਰ ਵਰਕ ਤੇ ਗੱਲ ਕਰ ਰਹੇ ਹਾਂ, ਇਸ ਤੋਂ ਪਹਿਲਾਂ ਹੀ ਆਇਆ ਸੀ 1663 ਦੇ ਵਿੱਚ ਆਇਆ ਸੀ ਦ ਵਾਈਲਡ ਗੈਲੈਂਟ। ਜਦੋਂ ਥੀਏਟਰ ਬੰਦ ਹੋ ਗਏ ਸੀ 1642 ਦੇ ਵਿੱਚ, ਬ੍ਰਿਟਨ ਨੇ ਥੀਏਟਰ ਨੂੰ ਬੰਦ ਕਰਾਤਾ ਸੀਗਾ। ਉਸ ਤੋਂ ਬਾਅਦ ਦੁਬਾਰਾ ਫਿਰ ਥੀਏਟਰ ਜਦੋਂ ਰੀਓਪਨ ਹੁੰਦੇ ਨੇਗੇ 1660 ਦੇ ਵਿੱਚ 1660 ਦੇ ਵਿੱਚ ਜਦੋਂ ਥੀਏਟਰ ਨੂੰ ਰੀਓਪਨ ਕੀਤਾ ਜਾਂਦਾ, ਚਾਰਲਸ ਸੈਕਿੰਡ ਦੁਬਾਰਾ, ਚਾਰਲਸ ਸੈਕਿੰਡ ਜਿਹੜੀ ਵਾਈਫ ਹੁੰਦੀ ਹੈ ਉਹ ਇਸ ਨੂੰ ਦੁਬਾਰਾ ਫਿਰ ਕਹਿੰਦੇ ਵੀ ਰੀਓਪਨ ਕਰਾਉਂਦੀ ਹੈ। 1660 ਦੇ ਵਿੱਚ ਦੁਬਾਰਾ ਥੀਏਟਰ ਰੀਓਪਨ ਹੁੰਦੇ ਨੇ। ਕਹਿੰਦੇ ਨੇ ਵੀ ਜਦੋਂ ਵੀ ਰੀਓਪਨ ਹੋਇਆ ਸੀਗਾ, ਪਹਿਲਾ ਜਿਹੜਾ ਵਰਕ ਸੀਗਾ ਜਿਹੜਾ ਪਰਫਾਰਮ ਹੋਇਆ ਉਹ ਦ ਵਾਈਲਡ ਗੈਲੈਂਟ ਸੀਗਾ, ਜਿਹੜਾ ਜੌਨ ਡਰਾਈਡਨ ਦਾ ਲਿਖਿਆ ਹੋਇਆ ਸੀ। ਫਸਟ ਪਰਫਾਰਮੈਂਸ ਹੋਈ ਸੀ। ਕੁਐਸਚਨ ਇਹ ਪੁੱਛ ਲੈਂਦਾ ਇੱਕ ਕਮੇਡੀ ਹੈ, ਟ੍ਰੈਜਡੀ ਹੈ, ਟ੍ਰੈਜਡੀ ਕਮੇਡੀ ਹੈ। ਇਹ ਇੱਕ ਕਮੇਡੀ ਸ਼ੋਅ ਸੀਗਾ। ਇਹ ਪਹਿਲਾ ਜਿਹੜਾ ਪਰਫਾਰਮੈਂਸ ਸੀਗੀ ਜਿਹੜੀ ਜਦੋਂ ਥੀਏਟਰ ਰੀਓਪਨ ਹੁੰਦੇ ਨੇ 1660 ਦੇ ਵਿੱਚ, ਉਸ ਵਕਤ ਇਸ ਦੀ ਹੁੰਦੀ ਹੈ। ਪਬਲਿਸ਼ ਇਸ ਨੂੰ 1663 ਦੇ ਵਿੱਚ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜੇ ਮੋਸਟ ਇੰਪੋਰਟੈਂਟ ਵਰਕ ਨੇ ਅਸੀਂ ਉਹਨਾਂ 'ਤੇ ਹੀ ਗੱਲ ਕਰਾਂਗੇ ਅਤੇ ਕੁਛ ਨਾ ਕੁਛ ਉਹਦੇ ਤੱਥਾਂ ਨੂੰ ਕੁਛ ਨਾ ਕੁਛ ਯਾਦ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਉਸ ਤੋਂ ਬਾਅਦ ਆਉਂਦੇ ਨੇ ਇਸ 'ਤੇ ਲਿਰਿਕਲ ਪੋਇਟਰੀ। ਲਿਰਿਕਲ ਪੋਇਟਰੀ ਦੇ ਵਿੱਚ ਇਸ ਦੀ 3 ਲਿਰਿਕਲ ਪੋਇਟਰੀ ਬਹੁਤ ਮਸ਼ਹੂਰ ਨੇ। ਟੂ ਦਾ ਪਾਇਸ ਆਫ ਮੈਮਰੀ ਆਫ ਮਿਸਿਸ ਐਨੀ ਕਲਿੰਗਰਿਊ, ਟੂ ਦਾ ਪਾਇਸ ਆਫ ਮੈਮਰੀ, ਪਾਇਸ ਹੁੰਦਾ ਪਵਿੱਤਰ, ਮੈਮਰੀ ਹੁੰਦੇ ਨੇ ਯਾਦਾਂ। ਮਿਸਿਸ ਐਨੀ ਕਲਿੰਗਰਿਊ ਦੀ ਇੱਕ ਯਾਦਾਂ ਸੀਗੀਆਂ ਜਿਹੜੀਆਂ ਉਹਦੇ ਵਿੱਚ ਦੱਸੀਆਂ ਗਈਆਂ ਨੇ। 1986 ਦੇ ਵਿੱਚ 1686 ਆਏਗਾ ਇੱਥੇ, 1686 ਦੇ ਵਿੱਚ ਕਹਿੰਦੇ ਪਬਲਿਸ਼ ਹੋਇਆ ਸੀਗਾ ਇਹ ਵਰਕ। ਉਸ ਤੋਂ ਬਾਅਦ ਸੀਗਾ ਇਹ ਮਤਲਬ ਕਿ ਇੱਕ ਐਨੀ ਕਲਿੰਗਰਿਊ ਨਾਮ ਦੀ ਇੱਕ ਆਰਟਿਸਟ ਹੁੰਦੀ ਹੈ, ਜਿਸ ਨੂੰ ਕਹਿੰਦੇ ਵੀ ਇਹ 36 ਸਾਲ ਦੀ ਉਮਰ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ। ਇਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਇੱਕ ਪਰਫਾਰਮੈਂਸ ਕਰਦੀ ਹੁੰਦੀ ਹੈ। ਉਸ ਤੋਂ ਬਾਅਦ ਇਸ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਇਹਦੇ ਹਸਬੈਂਡ ਦੁਬਾਰਾ ਹੀ ਮਰ ਜਾਂਦੀ ਹੈ। ਐਸੀ ਕਹਾਣੀ ਹੈ ਕੋਈ ਐਨੀ ਕਲਿੰਗਰਿਊ ਦੀ। ਮਿਸਿਸ ਐਨੀ ਕਲਿੰਗਰਿਊ ਦੀ ਮੈਮਰੀ 'ਤੇ ਲਿਖੀ ਗਈ ਹੈ। ਐਨ ਆਰਡ ਆਫ ਦੀ ਡੈਥ ਆਫ ਦੀ ਪਰਸਨ, ਇੱਕ ਹੋਰ ਲਿਖਿਆ ਗਿਆ ਆਰਡ, ਕਸੀਦਾ ਕਹਿੰਦੇ ਪੰਜਾਬੀ ਜਿਸ ਨੂੰ, ਕਿਹਦੀ ਡੈਥ 'ਤੇ, ਪਿਊਰਸਲ ਦੀ ਡੈਥ ਦੇ ਉੱਤੇ। ਪਿਊਰਸਲ ਨਾਮ ਦੀ ਇੱਕ ਹੋਰ ਮਤਲਬ ਕਿ ਕੋਈ ਰਾਈਟਰ ਸੀ, ਇਸ ਦੀ ਇਸ ਦੇ ਉੱਤੇ ਲਿਖਿਆ ਗਿਆ। ਸੌਰੀ, ਇਹ ਇੱਕ ਮਤਲਬ ਕਿ ਕਿਸੇ ਪੁਰਿਸਲ ਨਾਮ ਦੇ ਉੱਤੇ ਕਿਸੇ ਉੱਤੇ ਲਿਖਿਆ ਗਿਆ। ਐਨ ਆਰਡ ਆਫ ਦੀ ਡੈਥ ਆਫ ਦੀ ਪੁਰਿਸਲ 'ਤੇ ਲਿਖਿਆ ਹੋਇਆ। ਉਸ ਤੋਂ ਬਾਅਦ ਹੈ ਇਹ ਸੌਂਗ ਆਫ ਦੀ ਸਿਲਸੀਆ ਡੇ, ਸੈਂਟ ਸਿਲਸੀਆ ਡੇ ਦੇ ਉੱਤੇ ਲਿਖਿਆ ਗਿਆ 87 ਦੇ ਵਿੱਚ। 86 ਦੇ ਵਿੱਚ ਸੀਗਾ। ਇਸ ਤੋਂ ਬਾਅਦ 87 ਦੇ ਵਿੱਚ 3 ਸੀਗੇ ਜਿਹੜੇ ਦੇ ਲਿਰਿਕਲੀ ਪੋਇਟਰੀ ਲਿਖੀ ਗਈਆਂ ਨੇ। ਦੁਬਾਰਾ ਯਾਦ ਕਰਾਂਗੇ 3 ਕਿਹੜੇ ਪੋਇਟਰੀ ਸੀਗੀਆਂ। ਇੱਕ ਤਾਂ ਲਿਖਿਆ ਸੀਗਾ ਮਿਸਿਸ ਐਂਡਰਿਊ ਦੇ ਉੱਤੇ, ਮਿਸਿਸ ਐਨੀ ਕਲਿੰਗਰਿਊ ਦੇ, ਮਿਸਿਸ ਐਨੀ ਕਲਿੰਗਰਿਊ ਦੇ ਲਿਖਿਆ ਗਿਆ ਸੀਗਾ, ਉਹਦੀ ਮੈਮਰੀ ਹੈਗੀ ਨੇ। ਇੱਕ ਔਰ ਲਿਖਿਆ ਸੀ ਡੈਥ ਆਫ ਪੈਰਸਲ ਦੇ। ਇੱਕ ਸੌਂਗ ਲਿਖਿਆ ਸੀ ਸਿਲਸੀਆ ਡੇ ਦੇ, ਸੈਂਟ ਸਿਲਸੀਆ ਡੇ ਦੇ ਉੱਤੇ ਸੌਂਗ ਲਿਖਿਆ ਸੀਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਦੀ। ਚੌਥਾ ਸੀਗਾ ਜਿਹੜਾ ਅਲੈਗਜ਼ੈਂਡਰ ਫੀਸਟ ਲਿਖਿਆ ਗਿਆ ਸੀ ਇਸਨੇ। ਅਲੈਗਜ਼ੈਂਡਰ ਫੀਸਟ, ਫੀਸਟ ਹੁੰਦਾ ਕੋਈ ਵੀ ਫੰਕਸ਼ਨ ਜਾਂ ਮਾਹੌਲ ਜਾਂ ਕੋਈ ਤਿਉਹਾਰ। ਅਲੈਗਜ਼ੈਂਡਰ ਦਾ ਫੀਸਟ ਲਿਖਿਆ ਸੀਗਾ 1697 ਦੇ ਵਿੱਚ, 1697 ਦੇ ਵਿੱਚ। ਉਸ ਤੋਂ ਗੱਲ ਕਰਦੇ ਹਾਂ ਕਿ ਇਹਦੇ ਜਿਹੜੇ ਬੈਸਟ ਪੀਸਿਸ ਸੀਗੇ ਉਹ ਕਿਹੜੇ ਕਿਹੜੇ ਸੀਗੇ। ਬੈਸਟ ਪੀਸ ਕਿਹੜੇ ਕਿਹੜੇ ਲਿਖੇ ਨੇ। ਇਹ ਲਿਖਿਆ ਸੀਗਾ ਅਪੋਨ ਦੀ ਡੈਥ ਆਫ ਦੀ ਲਾਰਡ ਹਾਸਟਿੰਗ। ਲਾਰਡ ਹਾਸਟਿੰਗ ਦੀ ਜੋ ਡੈਥ ਹੁੰਦੀ ਹੈ ਉਸ ਵਕਤ ਲਿਖਿਆ ਗਿਆ ਸੀ 1649 ਦੇ ਵਿੱਚ ਇਹਨੇ ਵਰਕ ਲਿਖਿਆ ਸੀਗਾ ਅਪੋਨ ਦੀ ਡੈਥ ਆਫ ਦੀ ਲਾਰਡ ਹਾਸਟਿੰਗ। ਉਸ ਤੋਂ ਬਾਅਦ ਇਹਨੇ ਲਿਖਿਆ ਸੀਗਾ ਬ੍ਰਿਟੇਨੀਆ ਰੈਡੀਵੀਆ। ਬ੍ਰਿਟੇਨੀਆ ਰੈਡੀਵੀਆ ਇੱਕ ਉਹ ਸੀਗਾ ਜਿਹੜਾ ਜੇਮਸ ਸੈਕਿੰਡ ਦਾ ਜਦੋਂ ਬੇਟੇ ਦਾ ਜਨਮ ਹੁੰਦਾ, ਉਹ ਬਰਥ ਦੇ ਦੌਰਾਨ ਇਸ ਦੇ ਉੱਤੇ ਜੇਮਸ ਸੈਕਿੰਡ ਦੇ ਬੇਟੇ ਦੇ ਬਰਥ ਦੇ ਦੌਰਾਨ ਜੋ ਲਿਖਿਆ ਸੀਗਾ ਉਹਨੇ ਬ੍ਰਿਟੇਨੀਆ ਰੈਡੀਵੀਆ ਲਿਖਿਆ ਸੀ 1688 ਦੇ ਵਿੱਚ, ਕਿਉਂਕਿ ਉਸ ਤੋਂ ਅਗਲੇ ਸਾਲ ਹੀ ਇਸ ਦੀ ਜਿਹੜੀ ਪੋਇਟ ਲੌਰੀਏਟ ਦਾ ਖਿਤਾਬ ਹੈ ਜਿਹੜਾ ਖੋਹ ਲਿਆ ਜਾਂਦਾ ਹੈ 1688 ਦੇ ਵਿੱਚ ਜੇਮਸ ਸੈਕਿੰਡ ਦੁਆਰਾ। ਉਸ ਤੋਂ ਬਾਅਦ ਐਲਨਰਾ ਲਿਖਿਆ ਸੀ 1696 ਦੇ ਵਿੱਚ, 1696 ਦੇ ਵਿੱਚ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਜਦੋਂ ਇਸਨੇ ਇਹਦੇ ਮਾਸਟਰਪੀਸ ਦੇ ਵਿੱਚੋਂ ਇੱਕ ਤਾਂ ਇੱਕ ਵਰਕ ਸੀਗਾ ਡੈਥ ਦੇ ਉੱਤੇ ਲਿਖਦਾ ਲਾਰਡ ਹਾਸਟਿੰਗ ਦੀ, ਬ੍ਰਿਟੇਨੀਆ ਰੈਡਵੇਵਾ ਲਿਖਦਾ। ਉਸ ਤੋਂ ਬਾਅਦ ਲਿਖਦਾ ਇਹ ਜਿਹੜਾ ਬ੍ਰਿਟੇਨੀਆ ਰੈਡਵੇ ਸੀ, ਕੁਐਸਚਨ ਪੁੱਛ ਲੈਂਦਾ ਕਿ ਕਿਸ ਦੇ ਜਨਮ 'ਤੇ ਲਿਖਿਆ ਜਾਂਦਾ। ਜੇਮਸ ਸੈਕਿੰਡ ਦੇ ਬੇਟੇ ਦੇ ਜਨਮ 'ਤੇ ਲਿਖਿਆ ਜਾਂਦਾ। ਐਲਨੋਰਾ ਲਿਖਿਆ ਜਾਂਦਾ 1696 ਦੇ ਵਿੱਚ, 1696 ਦੇ ਵਿੱਚ ਐਲਨੋਰਾ। ਇਸ ਤੋਂ ਬਾਅਦ ਸੀਗਾ ਟੈਰਨੀਕਲ ਲਵ ਲਿਖਿਆ ਜਾਂਦਾ। ਇਸ ਦਾ ਟੈਰਨੀਕਲੀ ਲਵ ਹੈ ਜਿਹੜਾ
1669 ਦੇ ਵਿੱਚ ਲਿਖਿਆ ਜਾਂਦਾ ਹੈ। ਰॉयल ਮਾਰਟੀਅਰਸ ਆਫ ਦੀ ਸੈਂਟ ਕੈਥਰੀਨ ਬਾय ਦਾ ਰੋਮਨ ਅੰਪਾਇਰ। ਇਹ ਜਿਹੜਾ ਟੈਕਨੀਕਲ ਲਵ ਸੀਗਾ ਜਿਹੜਾ ਇਹ ਇੱਕ ਮਾਰਟੀਅਰ ਦੇ ਉੱਤੇ ਲਿਖਿਆ ਜਾਂਦਾ ਹੈ, ਇੱਕ ਸ਼ਹੀਦ ਦੇ ਉੱਤੇ ਲਿਖਿਆ ਜਾਂਦਾ ਜਿਹੜਾ ਰੋਮਨ ਅੰਪਾਇਰ ਦਾ ਇੱਕ ਮਹਾਨ ਸ਼ਹੀਦ ਹੋਇਆ ਸੀਗਾ ਉਸ ਦੇ ਉੱਤੇ ਲਿਖਿਆ ਗਿਆ ਸੀਗਾ। ਇਹ ਰੋਮਨ ਅੰਪਾਇਰ ਦਾ ਸੈਂਟ ਕੈਥਰੀਨ ਦੇ ਉੱਤੇ ਲਿਖਿਆ ਗਿਆ ਸੀਗਾ ਟੈਕਨੀਕਲ ਲਵ 1696 ਦੇ ਵਿੱਚ 1669 ਦੇ ਵਿੱਚ ਲਿਖਿਆ ਗਿਆ ਸੀ 1669 ਦੇ ਵਿੱਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕੁਛ ਜਿਹੜੇ ਵਰਕ ਇਸ ਨੇ ਖਿਲਾਫ ਲਿਖੇ ਸੀਗੇ। ਖਿਲਾਫ ਮੀਨ ਟੂ ਸੇ ਡਾਇਰੈਕਟ ਕਿੰਨੇ ਦੇ ਅਟੈਕ ਕੀਤਾ, ਕਿਉਂਕਿ ਥਾਮਸ ਸ਼ੈਡਵੈਲ ਜਿਹੜਾ ਅਗਲਾ ਸੈਕਿੰਡ ਆਪਾਂ ਕਹਿ ਸਕਦੇ ਹਾਂ ਕਿ ਪੋਇਟ ਲੋਰੀਏਟ ਬਣਿਆ ਸੀਗਾ ਉਸ ਦੇ ਨਾਲ ਇਸ ਦੀ ਬਿਲਕੁਲ ਵੀ ਨਹੀਂ ਬਣਦੀ ਸੀ। ਉਹ ਇਹਦੇ ਬਿਲਕੁਲ ਖਿਲਾਫ ਹੁੰਦਾ ਸੀਗਾ, ਇਹ ਵੀ ਉਸ ਦੇ ਬਿਲਕੁਲ ਖਿਲਾਫ ਹੁੰਦਾ ਸੀ। ਉਸ ਵਕਤ ਲੜਾਈ ਝਗੜੇ ਸੀਗੇ ਜਿਹੜੇ ਲਿਖਤੀ ਰੂਪ ਦੇ ਵਿੱਚ ਦਿਖਾਈ ਦਿੰਦੇ ਸੀਗੇ। ਇਹ ਉਸ ਦੇ ਵਰਕ ਦਾ ਮਤਲਬ ਕਿ ਅਪੋਜ਼ਿਟ ਲਿਖਦਾ ਸੀਗਾ, ਰੈਡੀਕਲ ਲਿਖਦਾ ਸੀ, ਉਸ ਦੇ ਵਰਕ ਨੂੰ ਅਪੋਜ਼ ਕਰਦਾ ਸੀ, ਉਹ ਉਸ ਦੇ ਵਰਕ ਨੂੰ ਅਪੋਜ਼ ਕਰਦਾ ਸੀਗਾ। ਇਸ ਤਰ੍ਹਾਂ ਲੜਾਈ ਝਗੜਾ ਚੱਲਦਾ ਰਿਹਾ। ਉਸ ਵਕਤ ਇਹਨੇ ਕੁਝ ਵਰਕ ਲਿਖੇ ਸੀਗੇ। ਥਾਮਸ ਸ਼ੈਡਵੈਲ ਸੀਗਾ ਜਿਹੜਾ ਰੈਡੀਕਲ ਕਰਦਾ ਇਨ ਦ ਰਹਿਸਲ ਦੇ ਵਿੱਚ, ਜਿਹੜਾ ਰਹਿਸਲ ਦਾ ਵਰਕ ਲਿਖਿਆ ਸੀਗਾ ਉਹ ਥਾਮਸ ਸ਼ੈਡਵੈਲ ਹੈ ਜਿਹੜਾ ਰੈਡੀਕਲ ਕਰਦਾ ਇਸ ਵਰਕ ਨੂੰ, ਟੈਕਨੀਕਲ ਲਵ ਜਿਹੜਾ ਲਿਖਿਆ ਸੀਗਾ ਇਸਨੇ 1669 ਦੇ ਵਿੱਚ ਲਿਖਿਆ 1669 ਦੇ ਵਿੱਚ ਇੱਕ ਸ਼ਹੀਦ ਦੇ ਉੱਤੇ ਲਿਖਿਆ ਜਾਂਦਾ ਹੈ ਜਿਹੜਾ ਕੀ ਸੀਗਾ ਰੋਮਨ ਅੰਪਾਇਰ ਦਾ ਇੱਕ ਮਹਾਨ ਸੈਂਟ ਕੈਥਰੀਨ ਦੇ ਉੱਤੇ ਲਿਖਦਾ ਸੀ, ਸ਼ਹੀਦ ਸੀਗਾ, ਮਾਰਟੀਅਰ ਸੀਗਾ। ਇੱਕ ਇਸ ਨੂੰ ਰੈਡੀਕਲ ਕਰਦਾ ਇਹ ਦਾ ਰਹਿਸਲ ਦੇ ਵਿੱਚ ਆਪਣਾ ਇੱਕ ਵਰਕ ਲਿਖਦਾ ਥਾਮਸ ਸ਼ੈਡਵੈਲ ਦਾ ਰਹਿਸਲ, ਉਹਦੇ ਵਿੱਚ ਪਤਾ ਲੱਗਦਾ ਕਿ ਇਸ ਨੂੰ ਇਹ ਰੈਡੀਕਲ ਕਹਿ ਰਿਹਾ। ਰੈਡੀਕਲ ਦਾ ਮਤਲਬ ਕਿ ਬਿਲਕੁਲ ਬੇਕਾਰ ਬੇਤੁਕਾ ਕਹਿ ਰਿਹਾ ਸੀ। ਉਸ ਤੋਂ ਬਾਅਦ ਆਉਂਦਾ ਇਹਦੇ ਕੁਛ ਮੋਸਟ ਇੰਪੋਰਟੈਂਟ 2-3 ਵਰਕ ਨੇਗੇ, ਉਹਨਾਂ 'ਤੇ ਅਸੀਂ ਸਮਰੀ ਦੇ ਵੀ ਡਿਸਕਸ ਕਰਾਂਗੇ ਅਤੇ ਹੁਣ ਅਸੀਂ ਥੋੜ੍ਹਾ ਇੱਥੇ ਗੱਲ ਕਰਦੇ ਹਾਂ। ਜਿਵੇਂ ਐਬਸਲਮ ਐਂਡ ਐਕਟੋਫਿਲਸ ਲਈ ਲਿਖਿਆ ਸੀਗਾ ਨੇ 1682 ਦੇ ਵਿੱਚ। ਐਬਸਲਮ ਐਂਡ ਐਕਟੋਫਿਲਸ ਲਿਖਿਆ ਸੀਗਾ 1682 ਦੇ ਵਿੱਚ। ਇੱਕ ਹਿਸਟੈਰੀਕਲ ਐਲੈਗਰੀ ਸੀਗਾ, ਬਿਲਕੁਲ ਮੰਨ ਕੇ ਚਲੋ ਕਟਾਂਸ ਵਿਅੰਗ ਕਸਣ ਵਾਲਾ ਇੱਕ ਐਲੈਗਰੀ ਸੀਗੀ। ਰੈਡੀਕਲ ਸੀਗਾ ਇੱਕ ਰੈਡੀਕੁਲਸ ਕੀਤਾ ਜਾਂਦਾ ਹੈ, ਰੈਡੀਕੁਲਸ ਕਰਦਾ ਵਿਗ ਪਾਰਟੀ ਨੂੰ, ਕਿਉਂਕਿ ਵਿਗ ਪਾਰਟੀ ਤੋਂ ਸੀਗਾ ਜਿਹੜਾ ਥਾਮਸ ਸ਼ੈਡਵੈਲ ਵਿਗ ਪਾਰਟੀ ਤੋਂ ਸੀ। ਆਪ ਇਹ ਜੌਨ ਜਿਹੜਾ ਡਰਾਈਡਨ ਸੀਗਾ ਟੋਰੀ ਪਾਰਟੀ ਸੀ। ਆਪਾਂ ਨੂੰ ਪਤਾ ਕਿ ਦੋਵੇਂ ਪਾਰਟੀਆਂ ਸੀਗੀਆਂ ਵਿਗ ਤੇ ਟੋਰੀ। ਕਿਵੇਂ ਯਾਦ ਰੱਖੋਗੇ ਟੋਰੀ ਤੋਂ ਡਰਾਈਡਨ ਸੀਗਾ ਜੌਨ ਡਰਾਈਡਨ, ਟੋਰੀ ਮੀਨ ਤੁਸੀਂ ਡੋਰੀ ਸਮਝ ਲਓ। ਡੋਰੀ ਮੀਨ ਤੁਸੀਂ ਨੇ ਡੋਰ ਪਕੜ ਕੇ ਰੱਖੀ। ਪਹਿਲਾਂ ਜਿਵੇਂ ਆਪਾਂ ਨੂੰ ਪਤਾ ਕਿ ਇਹ ਕਰੋਮਬੈਲ ਦੇ ਨਾਲ ਰਹਿੰਦਾ, ਫਿਰ ਚਾਰਲਸ ਸੈਕਿੰਡ ਦੇ ਨਾਲ ਵੀ ਰਹਿੰਦਾ, ਫਿਰ ਐਵੇਂ ਕਰਕੇ ਜੇਮਸ ਤੱਕ ਵੀ ਰਹਿੰਦਾ। ਇਹ ਡੋਰ ਨੂੰ ਪਕੜ ਰੱਖਿਆ, ਇਸ ਕਰਕੇ ਟੋਰੀ ਡੋਰੀ ਯਾਦ ਰੱਖਣਾ। ਬਾਕੀ ਜਿਹੜਾ ਰਹਿ ਗਿਆ ਵਿਗ ਸੀਗਾ ਜਿਹੜਾ ਉਹ ਥਾਮਸ ਨਾਲ ਸੀ। ਸ਼ੈਡਵੈਲ ਸੀਗਾ ਯਾਦ ਰੱਖਣਾ, ਸ਼ੈਡ ਮਤਲਬ ਕਿ ਸ਼ੈਡ ਵੱਡਾ ਸਾਰੀ ਸ਼ੈਡ, ਵਿਗ। ਉਸ ਤੋਂ ਬਾਅਦ ਸੀਗੇ ਗੱਲ ਕਰਦੇ ਹਾਂ ਕਿ ਇਹ ਰੈਡੀਕਲ ਕਰਦਾ ਕਿ ਵਿਗ ਪਾਰਟੀ ਨੂੰ। ਐਬਸੈਲਮ ਇਹਦੇ ਵਿੱਚ ਕੁਛ ਆਪਾਂ ਨੂੰ ਕਹਿ ਸਕਦੇ ਹਾਂ ਕਿ ਕੁਛ ਨਾ ਰਿਪਰਜੈਂਟੇਸ਼ਨ ਦਿੰਦੇ, ਜਿਵੇਂ ਐਬਸਟੋਮਲਸ ਹੈ ਜਿਹੜਾ ਡਿਊਕ ਆਫ ਮੈਨਮਟ ਨੂੰ ਰਿਪਰਜੈਂਟ ਕਰਦਾ। ਐਬਸਟੋਮਲਸ ਨਾਮ ਹੈ ਜਿਹੜਾ ਇੱਕ ਉੱਥੋਂ ਦਾ ਇੱਕ ਡਿਊਕ ਸੀਗਾ ਮੈਨਮਟ ਦਾ, ਉਹਨੂੰ ਰਿਪਰਜੈਂਟ ਕਰਦਾ। ਇਕਟੋਫੈਲਸ ਹੈ ਜਿਹੜਾ ਉਹ ਸਟੈਟਸਬਰੀ ਨੂੰ ਰਿਪਰਜੈਂਟ ਕਰਦਾ। ਸ਼ਾਫਟਬਰੀ ਨੂੰ ਰਿਪਰਜੈਂਟ ਕਰਦਾ ਐਕਟੋਫਿਲਸ, ਕਿਉਂਕਿ ਐਬਸਲਮ ਐਂਡ ਐਕਟੋਫਿਲ ਸੀਗਾ, 2 ਪਰਸਨ ਸੀਗੇ। ਡਿਊਕ ਆਫ ਮੈਨਾਥ ਤੇ ਐਕਟੋਫਿਲਸ ਹੈ ਜਿਹੜਾ ਉਹ ਸ਼ਾਫਟਬਰੀ ਨੂੰ ਰਿਪਰਜੈਂਟ ਕਰਦਾ। ਡੇਵਿਡ ਹੈ ਜਿਹੜਾ ਚਾਰਲਸ ਸੈਕਿੰਡ ਨੂੰ ਰਿਪਰਜੈਂਟ ਕਰਦਾ। ਡੇਵਿਡ ਵੀ ਇਸ ਦੇ ਵਿੱਚ ਇੱਕ ਕਰੈਕਟਰ ਹੈ, ਉਹ ਚਾਰਲਸ ਸੈਕਿੰਡ ਨੂੰ ਰਿਪਰਜੈਂਟ ਕਰਦਾ ਤੇ ਐਬਸਲਮ ਰਿਪਰਜੈਂਟ ਕਰਦਾ ਹੈ ਕਰੈਕਟਰ ਨੂੰ ਡਿਊਕ ਆਫ ਮੈਨਾਥ ਨੂੰ। ਐਵੇਂ ਐਕਟੋਫਿਲਸ ਹੈ ਜਿਹੜਾ ਰਿਪਰਜੈਂਟ ਕਰਦਾ ਸ਼ਾਫਟਬਰੀ ਨੂੰ। ਇਨ ਦੀ ਰਿਸਪੌਂਸ ਆਫ ਥਾਮਸ ਸ਼ੈਡਵੈਲ ਲਿੰਕਨਸ਼ੇਅਰ ਵਿਚਸ ਦੇ ਖਿਲਾਫ ਇਹਨੇ ਲਿਖਿਆ ਸੀਗਾ ਇੱਕ ਵਰਕ ਲਿਖਿਆ ਸੀਗਾ ਥਾਮਸ ਸ਼ੈਡਵੈਲ ਨੇ। ਉਹ ਵਰਕ ਦਾ ਨਾਮ ਸੀਗਾ ਲਿੰਕਨਸ਼ੇਅਰ ਵਿਚਸ ਦੇ ਮਤਲਬ ਕਿ ਰੈਡੀਕਲ ਕਰਨ ਦੇ ਲਈ ਜਾਂ ਇਸਦੇ ਖਿਲਾਫ ਲਿਖਦਾ, ਇਸਦੇ ਅਗੇਂਸਟ ਲਿਖਦਾ ਇਹ ਵਰਕ। ਕਿਹੜਾ ਵਰਕ ਲਿਖਿਆ ਜਾਂਦਾ? ਐਬਸਲਮ ਐਂਡ ਐਕਟੋਫਿਲਸ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਹਦਾ ਸੈਕਿੰਡ ਪਾਰਟ ਵੀ ਲਿਖਿਆ ਗਿਆ, ਪਰ ਇਹ ਸੈਕਿੰਡ ਪਾਰਟ ਇਹਨੇ ਖੁਦ ਨਹੀਂ ਲਿਖਿਆ ਸੀਗਾ, ਇੱਕ ਰਾਈਟਰ ਸੀਗਾ ਟੈਟੇ, ਉਸਨੇ ਲਿਖਿਆ ਸੀਗਾ। ਟੈਟੇ ਨੇ ਇਸ ਦਾ ਵਰਕ ਲਿਖਿਆ ਸੀਗਾ ਸੈਕਿੰਡ ਪਾਰਟ ਆਫ ਐਬਸਲਮ ਐਂਡ ਐਕਟੋਫਿਲਸ। ਪਰ ਇਹ ਕਿਹਾ ਜਾਂਦਾ ਕਿ ਇਸ ਦੇ ਵਿੱਚ 200 ਲਾਈਨਾਂ ਸੀਗੀਆਂ ਜਿਹੜੀਆਂ ਡਰਾਈਡਨ ਦੀਆਂ ਰਹੀਆਂ ਗਈਆਂ ਨੇ। ਡਰਾਈਡਨ ਨੇ ਇਸ ਨੂੰ ਲਿਖਣ ਤੋਂ ਰਿਫਿਊਜ਼ ਕਰ ਦਿੱਤਾ ਵੀ ਮੈਂ ਇਸ ਨੂੰ ਨਹੀਂ ਲਿਖਾਂਗਾ, ਪਰ ਕਿਹਾ ਜਾਂਦਾ ਕਿ 200 ਲਾਈਨਾਂ ਸੀਗੀਆਂ ਜਿਹੜੀਆਂ ਡਰਾਈਡਨ ਦੀਆਂ ਦੇ ਵਿੱਚ ਹੈਗੀਆਂ ਨੇ। ਕਿਹੜਾ ਵਰਕ ਸੀਗਾ? ਸੈਕਿੰਡ ਪਾਰਟ ਆਫ ਐਬਸਲਮ ਐਂਡ ਐਕਟੋਫਿਲਸ। ਇਸ ਤੋਂ ਬਾਅਦ ਗੱਲ ਕਰਦੇ ਹਾਂ ਇਹਦਾ ਵਰਕ ਸੀਗਾ ਦਾ ਮੈਡਲ। ਜਿਹੜਾ ਵਰਕ ਲਿਖਿਆ ਸੀਗਾ, ਯਾਦ ਰੱਖਣਾ ਕਿ ਕਿਹਦੇ ਅਗੇਂਸਟ, ਕਿਹੜੇ ਵਰਕ ਦੇ ਅਗੇਂਸਟ ਕਿਹੜਾ ਲਿਖਿਆ ਗਿਆ, ਕਿਉਂਕਿ ਦੇਖੋ ਅਗੇਂਸਟ ਇਸ ਤੋਂ ਸਟਾਰਟ ਹੋ ਜਾਂਦੀ ਹੈ। ਟੈਕਨੀਕਲ ਜਦੋਂ ਲਵ ਦਿਖਦਾ ਹੈ ਇੱਕ ਯੋਧੇ ਦੇ ਲਈ, ਇੱਕ ਮੈਟਰ ਦੇ ਲਈ, ਉਸ ਦੇ ਖਿਲਾਫ ਜਿਹੜਾ ਥਾਮਸ ਸ਼ੈਡਵੈਲ ਰੈਡੀਕਲ ਕਰਦਾ ਇਸ ਨੂੰ,
ਉਹਦੇ ਖਿਲਾਫ ਕਰ ਦਿੰਦਾ ਇਹ ਥਾਮਸ ਐਡਵਲ ਦਾ ਇੱਕ ਵਰਕ ਹੁੰਦਾ ਰੈਡੀਕਲ ਕਰ ਦਿੰਦਾ ਇਸ ਨੂੰ ਰੈਸਲ ਨੂੰ, ਇਹਦੇ ਖਿਲਾਫ ਲਿਖਿਆ ਜਾਂਦਾ। ਇਹ ਆਪਸ ਦੇ ਵਿੱਚ ਦੋਨੋਂ ਖਿਲਾਫ ਨੇ। ਅਬਸਲਮ ਐਂਡ ਐਕਟੋਫਿਲਸ ਦੇ ਵਿੱਚ ਦੋਨੋਂ ਕਿਹੜੇ ਵਰਕ ਖਿਲਾਫ ਨੇ? ਅਬਸਲਮ ਐਂਡ ਐਕਟੋਫਿਲਸ ਦੇ ਵਿੱਚ इसका एक वर्क सीगा लिंकन शेयर विच थॉमस एडवेल का ये खिलाफ लिखा जाता है। इस तो बाद गल करदा मैडल की। मैडल भी 1682 लिखा जाता, जिवें एब्सोल्यूट एंड एक्टोफिलस है जिहड़ा 1682 के एम इस भी 1682 लिखा जाता है। ये लिंकन शेयर नूं विच इसनूं रिस्पोंड करता है, न्यू एक नवा एक अटैक करता है वो शाफ्टवरी के उत्ते। मतलब कि ये शाफ्टवरी का एक करैक्टर होंदा जिहड़ा उसके उत्ते ये अटैक करता है। शैडवेल रोड इस तो बाद लिखता है इस वर्क को लिखण तो बाद द मैडल लिखण तो बाद जिहड़ा शैडवेल इस तो बाद इस लिखता है थॉमस शैडवेल लिखता है उत्ते द मीक ऑफ द जॉन वेल्से। द मीक ऑफ द जॉन वेल्से जिहड़ा वर्क लिखा जाता खिलाफ द मैडल दे लिखा जाता है। इस दे विच की कीता जाता है जिहदे विच मान के चलो कि आपां नूं पता है कि लिंकन रिस्पॉन्स ऑफ लिंकन शेयर विच दे विच लिखा जाता जिहड़ा लिखा रिस्पॉन्स दे विच लिखा जाता सीगा। उस तो बाद एक अटैक करता है, एक वर्क लिखता है द मीक ऑफ द जॉन वेल्से थॉमस शैडवेल इहदे अगेंस्ट। उस तो बाद द मैडल इसके अगेंस्ट लिखा जाता है द मीक ऑफ द जॉन से। ये दोनों अगेंस्ट ने किहड़े द मैडल लिखा जाता है 1682 के विच जिहड़ा कौन लिखता है? जॉन ड्राइडन लिखता है। द मीक ऑफ द जॉन वेल्से जिहड़ा अगेंस्ट लिखा जाता है इसके वो कौन लिखता है? थॉमस शैडवेल लिखता है। इस तरीके के नाल याद कर सकते हैं। उस तो बाद इसका मोस्ट इंपोर्टेंट वर्क सीगा जिन्हां जिवें कि मैकफ्लैकनो भी 1682 में लिखा जाता है 1682 के विच। मैकफ्लैकनो ते एडमिरल अब्सलम एंड एक्टोफिलस दोनों 1682 लिखे जाते हैं। टू द रिस्पॉन्स ऑफ थॉमस शैडवेल का एक रिस्पॉन्स सीगा उहदे खिलाफ लिखा जाता है। डिसलाइक इस तो बाद की कहना किंगडम ऑफ ये कहता कि ये रिप्रजेंटेशन दिंदा किंगडम ऑफ नॉनसेंस एंड डर्टी किंग। कहते इस कहा जाता है कि नॉनसन लोगों का एक राज है जिहदे रिस्पॉन्ड करता है। मैकफ्लैकनो दे विच थॉमस शैडवेल नूं कहता भी थॉमस शैडवेल का जिहड़ा राज सीगा जिहड़ा थॉमस शैडवेल दे नाल जिहड़े राजे सीगे जिवें जेम्स सैकंड दे विच इहनूं बिल्कुल डिसलाइक करदा है जां इसदे अगेंस्ट लिखदा है। इहनूं नॉनसन भी कहता है, नॉनसेंस ऑफ किंगडम भी कहता है। ये डायरैक्ट अटैक होंदा है थॉमस शैडवेल दे उत्ते जॉन ड्राइडन का। इस तो बाद एक क्वेश्चन पूछा जाता है कि थॉमस शैडवेल के खिलाफ होर कौन कौन होंदा है? थॉमस शैडवेल नूं एक बंदा होर डिसलाइक करदा हुंदा है एंड्री मार्वेल। एंड्री मार्वेल भी इसनूं पसंद नहीं करता। उस तो बाद गल करते हैं कि टू डॉक्ट्राइन पोइम्स लिखे जाते हैं। टू डॉक्ट्राइन पोइम्स किहड़ियां सी? न्यू डेवलपमेंट ऑफ द पोलिटिकल कैरियर ऑफ ड्राइडन। एक नवा डेवलपमेंट होया जो पोलिटिकल कैरियर दे विच ड्राइडन का उस वक्त लिखा जाता है। पहले क्या सीगा? रिलीजियो लैसी 1682 के विच ये सपोर्ट करता है इंग्लिश चर्च नूं जां एंग्लीकन चर्च नूं। रिलीजियो लैसी ये 1682 के विच। दूसरा लिखा हिंड एंड द पैंथर। हिंड एंड पैंथर भी लिखा जाता है क्योंकि हिंड एंड पैंथर 1687 में लिखा जाता है जदों ये अपने आप को चेंज करता है। पोलिटिकल चेंजिस होंगे ने आपां नूं पता है कि ये अपने आप को जिवें प्रोटेस्टेंट तो एक बार एंग्लीकन भी बन जाता है फिर दोबारे फिर प्रोटेस्टेंट बन जाता है, एवं अपने आप को चेंज करता रहता है। ये एक वर्क सीगा इसदा रिलीजियो लैसी 1682 के विच करता है लिखता है। उस वक्त ही सपोर्ट कर रहा होंदा एंग्लीकन नूं जिस वक्त कैथोलिक का जिस वक्त चार्ल्स सैकंड आ जाता उस वक्त लिखता है। उस तो बाद हिंड एंड द पैंथर। चार्ल्स सैकंड क्योंकि चार्ल्स सैकंड हुंदा जिहड़ा ओह क्रॉमवेल तो बाद आंदा है। क्रॉमवेल हुंदा जिहड़ा पुरिटन हुंदा है, चार्ल्स सैकंड हुंदा जिहड़ा कैथोलिक हुंदा है। ये कैथोलिक नूं सपोर्ट करते उस वक्त धर्म नूं अपने चेंज कर लैंदा है। रिलीजियो कैथोलिक ये एंग्लीकन नूं सपोर्ट करन लग जांदा है। इस तरह दा हिंड एंड द पैंथर। हिंड एंड पैंथर दे विच ही डिफेंस करता 1687 के विच आंदा है। डिफेंस करता है रोमन कैथोलिक नूं। रोमन कैथोलिक नूं डिफेंस करता है जां फेथ उहदे विच हुंदा है। जिवें हिंड दा मतलब हुंदा रोमन, हिंड दे विच रोमन नूं डिफेंस करता, पैंथर दे विच कैथोलिक। कैथोलिक ते पैंथर जे कैथोलिक ते रोमन दे विचकार जिहड़ी आपस दे विच इन्हां दी मतलब कि आपस दे विच इन्हां दी रंजिश रहिंदी है उसनूं रिप्रजेंटेशन कीता जांदा है। ये डिफेंस करता पर इस दे विच रोमन कैथोलिक नूं रोमन नूं इत्थे अपने आप नूं डिफेंस करता उहदी फेथ नज़र आउंदा इहदे विच रोमन नूं डिफेंस करता क्योंकि हिंद है जिहड़ा हिंद लिखिया हुआ है हिंद दी चादर गुरु तेग बहादुर जी रख सकते। हिंद है जिहड़ा हिंदुस्तान रखना रोमन याद रखना तुसीं रोमन है हिंद रोमन। दूसरा जिहड़ा पैंथर है कैथोलिक है। जिवें याद रखोगे HR हिंद रोमन, PC पैंथर कैथोलिक। इस तो बाद इहदा वर्क सीगा एक द फैबलिस 1699 ਦੇ ਵਿੱਚ ਆਉਂਦਾ 1699 ਦੇ ਵਿੱਚ। ਇਸ ਦੇ ਵਿੱਚ ਕੀ ਕਰਦਾ ਡੌਨ ड्राइडन ਦਾ ਜਿਹੜਾ ਨੈਰੇਟਿਵ ਸਕਿੱਲ ਨੂੰ ਰਿਪਰੈਜ਼ੈਂਟ ਕੀਤਾ ਗਿਆ ਕਿ ਡੌਨ ड्राइडन ਇੱਕ ਵਧੀਆ ਸਕਿਲਡ ਪਰਸਨ ਸੀਗਾ।
ਇਹ ਰਿਪੀਲ ਕੀਤਾ ਗਿਆ ਇਸ ਦੇ ਵਿੱਚ, ਜਿਹਦੇ ਕਾਰਨ ਇਹਨੂੰ ਫਸਟ ਪੋਇਟ ਲੋਰੀਏਟ ਦੀ ਉਪਾਧੀ ਮਿਲਦੀ ਹੈ। ਇਸ ਕਰਕੇ ਇਹਨੂੰ ਇਹਦੇ ਵਿੱਚ ਰਿਪਰੈਜ਼ੈਂਟ ਦਿੱਤਾ ਜਾਂਦਾ। ਉਸ ਤੋਂ ਬਾਅਦ ਇਹਦਾ ਵਰਕ ਸੀਗਾ ਕੁਛ ਹੋਰ ਸੀਗਾ, ਸੌਂਗ ਫॉर द ਸੈਲਸੀਆ ਡੇ। ਇਹਦਾ ਵਰਕ ਸੀਗਾ ਇੱਕ ਸੌਂਗਸ ਫॉर द ਸੈਲਸੀਆ ਡੇ, ਸੌਂਗਸ ਫॉर द ਸੈਸੀਲੀਆ ਡੇ ਸੀਗਾ 1687 ਦੇ ਵਿੱਚ ਆਉਂਦਾ। ਇਸ ਤੋਂ ਬਾਅਦ ਸੀਗਾ ਜੇ ਅਲੈਗਜ਼ੈਂਡਰ ਫੀਸਟ ਸੀਗਾ ਜਿਹੜਾ 1697 ਦੇ ਵਿੱਚ ਆਉਂਦਾ। ਇਹ ਦੋਨੋਂ ਵਰਕ ਸੀਗੇ, ਸੌਂਗ ਸੀਗਾ ਇੱਕ ਸੈਲਸੀਲੀਆ ਡੇ ਦੇ ਉੱਤੇ 1687 ਦੇ ਵਿੱਚ। 10 ਸਾਲਾਂ ਦੇ ਬਾਅਦ ਹੀ ਅਲੈਗਜ਼ੈਂਡਰ ਫੀਸਟ ਆਉਂਦਾ। ਇਹ ਦੋਨੋਂ ਜਿਹੜੇ ਵਰਕ ਸੀਗੇ ਇਹ ਮੈਲੋਡੀਅਸ ਵਰਜ਼ਨ ਨੂੰ ਸ਼ੋਅ ਕਰਦੇ ਨੇ। ਮੈਲੋਡੀਅਸ ਨੂੰ ਕਹਿ ਸਕਦੇ ਐਂਸ਼ੀਐਂਟ ਐਂਡ ਦਾ ਮਾਡਰਨ ਡਰਾਮਾ ਵੀ ਕਿਹਾ ਜਾਂਦਾ। ਦਾ ਫੈਬਲਸ ਨੂੰ ਐਂਸ਼ੀਐਂਟ ਐਂਡ ਮਾਡਰਨ ਡਰਾਮਾ ਵੀ ਕਿਹਾ ਜਾਂਦਾ। ਵੈਸੇ ਤਾਂ ਜਿਹੜੀਆਂ ਫੈਬਲ ਸਟੋਰੀਆਂ ਹੁੰਦੀਆਂ ਨੇ ਉਹ ਐਨੀਮਲਸ ਦੇ ਰਿਲੇਟਡ ਹੁੰਦੀਆਂ ਨੇ। ਇਹਦੇ ਵਿੱਚ ਲਿਖਿਆ ਸੀਗਾ ਦਾ ਫੈਬਲ ਇੱਕ ਵਰਕਸ ਦਾ ਨਾਮ ਹੈ, ਜਿਹੜਾ 1669 ਦੇ ਵਿੱਚ 1699 ਤੋਂ ਲੈ ਕੇ 70 ਵਿੱਚ ਕਈ ਜਗ੍ਹਾ ਤੇ 1700 ਲਿਖਿਆ ਹੋਇਆ ਹੈ, ਕਈ ਜਗ੍ਹਾ ਤੇ 1699 ਵੀ ਲਿਖਿਆ ਹੋਇਆ। ਇਸ ਕਰਕੇ ਦੋਨਾਂ ਦੇ ਰੇਟ ਦੇ ਵਿੱਚੋਂ ਕੋਈ ਵੀ ਸਾਡੇ ਸਾਹਮਣੇ ਆਉਂਦੀ ਹੈ ਤਾਂ ਦਾ ਫੈਬਲ ਦੀ ਡੇਟ ਹੈ ਦਾ ਫੈਬਲਸ ਐਂਸ਼ੀਐਂਟ ਐਂਡ ਮਾਡਰਨ ਡਰਾਮਾ। ਉਸ ਤੋਂ ਬਾਅਦ ਇਹਦੇ ਕੁਛ ਟ੍ਰੈਜਡੀ ਕਮੇਡੀ ਸੀਗੀਆਂ। ਟ੍ਰੈਜਡੀ ਕਮੇਡੀ ਕੀ ਹੁੰਦਾ ਹੈ, ਇਹਦੇ ਵਿੱਚ ਕੁਛ ਟ੍ਰੈਜਡੀ ਹੁੰਦੀ ਹੈ, ਕੁਛ ਕਮੇਡੀ ਹੁੰਦੀ ਹੈ। ਕੁਛ ਤਾਂ ਅਸੀਂ ਪਿੱਛੇ ਵੀ ਦੇਖ ਚੁੱਕੇ ਹਾਂ, ਕੁਛ ਅੱਗੇ ਦੇਖਦੇ ਹਾਂ ਕਿ ਟ੍ਰੈਜਡੀ ਕਮੇਡੀ ਦੇ ਵਿੱਚ ਕਿਹੜੀਆਂ ਸੀਗੀਆਂ। ਦ ਸੀਕ੍ਰੇਟ ਲਵ ਸੀਗੀ, ਜਾਂ ਆਪਾਂ ਮੈਡਨ ਲਵ ਵੀ ਕਹਿ ਸਕਦੇ ਹਾਂ, 1667 ਦੇ ਵਿੱਚ ਪਬਲਿਸ਼ ਹੁੰਦੀ ਹੈ। ਸੀਕ੍ਰੇਟ ਲਵ ਜਾਂ ਮੈਡਨ ਲਵ ਟ੍ਰੈਜਡੀ ਕਮੇਡੀ ਸੀ। ਮੈਰਿਜ ਆ ਲਾ ਮੌਡ ਸੀ 1672 ਦੇ ਵਿੱਚ ਪਬਲਿਸ਼ ਹੁੰਦੀ ਹੈ। ਇਹ ਵੀ ਮੈਰਿਜ ਹੈ, ਸੀਕ੍ਰੇਟ ਲਵ ਹੈ, ਸੀਕ੍ਰੇਟ ਲਵ ਹੈ, ਲਵ ਤੋਂ ਬਾਅਦ ਮੈਰਿਜ ਯਾਦ ਰੱਖੋਗੇ। ਇਹ ਦੋ ਸੀਗੀਆਂ ਜਿਹੜੀਆਂ ਟ੍ਰੈਜਡੀ ਕਮੇਡੀ ਸੀਗੀਆਂ ਜਿਹੜੀਆਂ ਹੋਰ। ਇਸ ਤੋਂ ਬਾਅਦ ਹੈਗਾ ਡੌਨ ਸੈਬੈਸਟੀਅਨ ਜੀ ਕਿ 1690 ਦੇ ਵਿੱਚ ਪਬਲਿਸ਼ ਹੁੰਦੀ ਹੈ। ਡੌਨ ਸੈਬੈਸਟੀਅਨ ਇਹ ਇੱਕ ਯੰਗ ਸੈਬੈਸਟੀਅਨ ਇੱਕ ਮੁੰਡਾ ਹੁੰਦਾ ਹੈ, ਸੈਬੈਸਟੀਅਨ ਹੁੰਦਾ ਜਿਹੜਾ ਉਹ ਪੁਰਤਗਾਲ ਦੇ ਵਿੱਚ ਸਰਵਾਈਵ ਕਰ ਰਿਹਾ ਹੁੰਦਾ। ਇੱਕ ਬੈਟਲ ਹੁੰਦੀ ਹੈ, ਬੈਟਲ ਆਫ ਅਲਕਾਜ਼ਰ। ਬੈਟਲ ਆਫ ਅਲਕਾਜ਼ਰ ਹੁੰਦੀ ਹੈ ਜਦੋਂ ਇੱਕ ਸੈਬੈਸਟੀਅਨ ਯੰਗ ਸੈਬੈਸਟੀਅਨ ਹੁੰਦਾ ਜੋ ਉਹ ਪੁਰਤਗਾਲ ਦੇ ਵਿੱਚ ਸਰਵਾਈਵ ਕਰ ਰਿਹਾ ਹੁੰਦਾ। ਉਹਦੀ ਸਟੋਰੀ ਹੈ ਜਿਹੜੀ ਉਹ ਡੌਨ ਸੈਬੈਸਟੀਅਨ ਦੱਸੀ ਹੋਈ ਹੈ। 1690 ਦੇ ਵਿੱਚ ਆਈ ਸੀ। ਡੌਨ ਮੀਨਸ ਖਾਸ ਕਰ ਕੰਮ ਕਰਦਾ ਹੋਊਗਾ। ਸੈਬੈਸਟੀਅਨ ਮੁੰਡਾ ਹੈ ਜਾਂ ਸੈਬੈਸਟੀਅਨ ਯੰਗ ਬॉय ਹੈ। 1690 ਦੀ ਗੱਲ ਹੈ। ਇਸ ਤੋਂ ਬਾਅਦ ਹੈ ਕਿੰਗ ਆਰਥਰ 1691 ਦੇ ਵਿੱਚ ਆਉਂਦਾ। ਇਸ ਤੋਂ ਅਗਲੇ ਸਾਲ ਹੀ ਇਹ ਡਰਾਮੈਟਿਕ ਓਪਰਾ ਹੈ। ਡਰਾਮੈਟਿਕ ਓਪੇਰਾ ਦਾ ਮਤਲਬ ਕੀ ਹੁੰਦਾ ਕਿ ਜਿਹਦੇ ਵਿੱਚ ਮਿਊਜ਼ਿਕ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਓਪੇਰਾ 'ਚ ਲੀਡਿੰਗ ਰੋਲ ਹੁੰਦਾ ਜਿਹੜਾ ਮਿਊਜ਼ਿਕ ਦਾ ਹੁੰਦਾ। ਇਸ ਓਪੇਰਾ ਨੂੰ ਯਾਦ ਰੱਖ ਸਕਦੇ ਹਾਂ ਜੇਕਰ ਲਿਟਰੇਰੀ ਵਰਕ ਦੇ ਵਿੱਚ ਆਉਂਦਾ। ਓਪੇਰਾ ਕੀ ਹੁੰਦਾ, ਲੀਡਿੰਗ ਰੋਲ ਆਫ ਕਿਹਦਾ ਹੁੰਦਾ, ਮਿਊਜ਼ਿਕ ਦਾ ਹੁੰਦਾ। ਇਹ ਕਿੰਗ ਆਰਥਰ ਦੇ ਉੱਤੇ ਲਿਖੀ ਗਈ ਸੀ, ਕਿੰਗ ਆਰਥਰ 1691। ਉਸ ਤੋਂ ਬਾਅਦ ਸੀਗਾ ਇੱਕ ਵਰਕ ਐਸੇ ਆਫ ਡਰਾਮੈਟਿਕ ਪੋਇਜ਼ੀ ਸੀਗਾ ਜਿਹੜਾ ਇਹ 1668 ਦੇ ਵਿੱਚ ਪਬਲਿਸ਼ ਹੁੰਦਾ। 1668 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇਹ ਪੋਇਟ ਲੋਰੀਏਟ ਬਣਦਾ। 1668 ਦੇ ਵਿੱਚ ਹੀ ਇਹ ਪਹਿਲਾਂ ਲਿਖਦਾ ਐਸੇ ਆਫ ਡਰਾਮੈਟਿਕ ਪੋਇਜ਼ੀ। ਇਸ ਦੇ ਵਿੱਚ ਇਹ ਕੁਛ ਪਰਸਨਸ ਨੂੰ ਰਿਪਰੈਜ਼ੈਂਟ ਕਰਦਾ, ਉਹਦੇ ਨਾਮ ਨੂੰ ਜਿਹੜੇ ਉਸ ਦੇ ਵਿੱਚ ਕਹਿ ਸਕਦੇ ਹਾਂ ਕਿ ਰਾਈਟਰ ਹੁੰਦੇ ਨੇਗੇ ਉਹਨਾਂ ਦੇ ਨਾਮ ਤੋਂ ਚੇਂਜ ਕਰਕੇ ਉਹਨੂੰ ਕੁਛ ਲਿਖਦਾ। ਐਸੇ ਆਫ ਡਰਾਮੈਟਿਕ ਪੋਇਜ਼ੀ ਸੀਗਾ ਜਿਹੜਾ 1668 ਦੇ ਵਿੱਚ ਪਬਲਿਸ਼ ਹੁੰਦਾ। ਇਹ ਉਦੋਂ ਪਬਲਿਸ਼ ਹੁੰਦਾ ਜਦੋਂ ਉਸ ਨੂੰ ਪਹਿਲਾ ਜਿਹੜਾ ਪੋਇਟ ਲੋਰੀਏਟ ਦਾ ਖਿਤਾਬ ਇਸ ਨੂੰ ਚਾਰਲਸ ਸੈਕੰਡ ਦੁਆਰਾ ਦਿੱਤਾ ਜਾਂਦਾ। ਇਸ ਦੇ ਵਿੱਚ ਇਹਦੇ ਵਿੱਚ ਕੁਛ ਡਾਇਲੌਗਸ ਹੁੰਦੇ ਨੇ। ਇਹ ਡਾਇਲੌਗ ਫਾਰਮ ਦੇ ਵਿੱਚ ਹੈ। ਡਾਇਲੌਗ ਹੁੰਦੇ ਨੇ ਚਾਰ ਪਰਸਨ ਨੇ ਜੋ ਡਾਇਲੌਗ ਪਰਫਾਰਮ ਕਰਦੇ ਨੇ, ਜੋ ਇਗਨਿਸ ਹੈ, ਕ੍ਰਿਟਿਸ ਹੈ, ਲਿਸੀਡੀਅਸ ਹੈ ਤੇ ਨੈਂਡਰ ਹੈ। ਇਹਦੇ ਵਿੱਚ ਜਿਹੜੇ ਚਾਰ ਦੇ ਚਾਰ ਹੀ ਪਰਸਨ ਨੇ ਇਹ ਰਿਪਰੈਜ਼ੈਂਟ ਕਰਦੇ ਨੇ ਕਿਸੇ ਹੋਰ ਨੂੰ ਜਿਹੜੇ ਐਕਚੁਅਲ ਦੇ ਵਿੱਚ ਕਰੈਕਟਰ ਨੇਗੇ। ਜਿਹੜਾ ਇਗਨਿਸ ਦਾ ਜਿਹੜਾ ਕਰੈਕਟਰ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਚਾਰਲਸ ਸੈਕਵੈਲ ਨੂੰ ਰਿਪਰੈਜ਼ੈਂਟ ਕਰਦਾ। ਜਿਹੜਾ ਇਗਨਿਸ ਰਿਪਰੈਜ਼ੈਂਟ ਕਰਦਾ ਇਹ ਮਾਡਰਨ ਡਰਾਮੇ ਨੂੰ ਰਿਪਰੈਜ਼ੈਂਟ ਕਰਦਾ। ਇਹ ਮਾਡਰਨ ਡਰਾਮੇ ਨੂੰ ਤਰਜੀਹ ਦਿੰਦਾ ਕਿ ਮਾਡਰਨ ਡਰਾਮਾ ਸਹੀ ਹੈ। ਉਸ ਤੋਂ ਬਾਅਦ ਕ੍ਰਿਟਾਈਸ ਹੈ ਰੋਬਰਟ ਹਾਵਰਡ ਨੂੰ ਰਿਪਰੈਜ਼ੈਂਟ ਕਰਦਾ। ਰੋਬਰਟ ਹਾਵਰਡ ਉਹੀ ਹੈ ਜਿਹੜਾ ਬ੍ਰਦਰ ਇਨ ਲਾਅ ਹੈ ਜੌਨ ਡਰਾਈਡਨ ਦਾ। ਇਹਦੇ ਨਾਲ ਇਹਨੇ ਇੱਕ ਵਰਕ ਵੀ ਲਿਖਿਆ ਸੀਗਾ ਇੰਡੀਅਨ ਰਿਲੇਟਡ ਦੇ ਉੱਤੇ, ਇੰਡੀਅਨ ਇੰਪੀਰੀਅਰ। ਉਹ ਜੇ ਕ੍ਰਿਟਿਸ ਸੀਗਾ ਜਿਹੜਾ ਰੋਬਰਟ ਹਾਵਰਡ ਨੂੰ ਆਪਣੇ ਜਿਹੜਾ ਬ੍ਰਦਰ ਇਨ ਲਾਅ ਉਸ ਨੂੰ ਰਿਪਰੈਜ਼ੈਂਟ ਕਰਦਾ। ਇਹ ਐਂਸ਼ੀਐਂਟ ਤੇ ਗ੍ਰੀਕ ਨੂੰ ਸਹੀ ਮੰਨਦਾ ਕਿ ਐਂਸ਼ੀਐਂਟ ਡਰਾਮਾ ਤੇ ਗ੍ਰੀਕ ਜਿਹੜੇ ਵਰਕ ਨੇ ਉਹ ਠੀਕ ਨੇ। ਲੂਸੀਡਸ ਹੈ ਜਿਹੜਾ ਉਸ ਚਾਰਲਸ ਸੈਡਲੇ ਨੂੰ ਰਿਪਰੈਜ਼ੈਂਟ ਕਰਦਾ। ਚਾਰਲਸ ਸੈਡਲੇ ਇਹ ਫ੍ਰੈਂਚ ਨੂੰ ਠੀਕ ਕਹਿੰਦੇ।
ਨਿਆਂਡਰ ਹੈ ਜਿਹੜਾ ਡਰਾਈਡਨ ਸੈਲਫ ਹੁੰਦਾ ਇੱਥੇ, ਇਹ ਇੰਗਲੈਂਡ ਦੇ ਅਤੇ ਲਿਬਰਟੀ ਆਫ ਡਰਾਮੇ ਬਾਰੇ ਗੱਲ ਕਰਦਾ ਹੈ ਤੇ ਕ੍ਰਿਟਿਕਸ ਵਰਕ ਬਾਰੇ ਗੱਲ ਕਰਦਾ ਹੈ। ਹੁਣ ਦੇਖੋ ਯਾਦ ਕਿਵੇਂ ਰੱਖੋਗੇ, ਸ਼ੈਕਵਿਲ ਹੈ, ਇਗਨਿਸ ਹੈ, ਈਯੂ ਜਦ ਵੀ ਆਉਂਦਾ ਗੁੱਡ ਆਉਂਦਾ, ਗੁੱਡ ਦਾ ਮਤਲਬ ਚੰਗਾ, ਚੰਗਾ ਸ਼ੈਕ ਚੰਗਾ ਹੁੰਦਾ, ਸ਼ੈਕ ਵਿਲਾ, ਵਿਲ ਲਿਖਿਆ ਵਿਲਾ ਚੰਗਾ ਹੁੰਦਾ, ਠੀਕ ਹੈ। ਇਗਨਿਸ ਮਤਲਬ ਕਿ ਚੰਗਾ, ਹੁਣ ਮਾਡਰਨ ਲੋਕ ਚੰਗੇ ਹੀ ਨੇ, ਮਾਡਰਨ ਲਿਖਿਆ ਮਾਡਰਨ ਡਰਾਮਾ, ਸ਼ੈਕਵਿਲ ਲਿਖਿਆ ਹੋਇਆ, ਠੀਕ ਹੈ, ਚੰਗਾ ਸ਼ੈਕ। ਹੁਣ ਦੇਖੋ ਚੰਗਾ ਜਿਹੜਾ ਉਹ 'ਤੇ ਸ਼ੱਕ ਨਹੀਂ ਹੁੰਦਾ, ਵੀ ਯਾਦ ਰੱਖ ਸਕਦੇ ਹੋ ਵੀ ਚੰਗੇ 'ਤੇ ਸ਼ੱਕ ਨਹੀਂ ਹੁੰਦਾ, SAC ਕੇ ਸ਼ੱਕ ਲਿਖਿਆ, ਸ਼ੱਕ ਵਿਲੀ ਹੈ ਨਾ, ਸ਼ੱਕ ਵਿਲੀ ਨਹੀਂ ਲੱਗਦਾ ਕਿਉਂਕਿ ਚੰਗਾ ਉਹ ਇਗਨਿਸ ਲਿਖਿਆ ਹੋਇਆ, ਤਾਂ ਮਾਡਰਨ ਡਰਾਮੇ ਵਾਲੇ ਚੰਗੇ ਨੇ। ਕ੍ਰਿਟਾਈਜ਼ ਰੱਖੋਗੇ ਕ੍ਰਿਟਿਕਸ, ਰੋਬਰਟ ਹਾਵਰਡ ਇਹਦਾ ਸਾਲਾ ਹੁੰਦਾ, ਰੋਬਰਟ ਹਾਵਰਡ ਜਿਹਦਾ ਸਾਲਾ ਹੁੰਦਾ, ਹਾਵਰਡ ਲੱਗਿਆ ਹੋਇਆ ਇਸ ਨੂੰ, ਇਹ ਕ੍ਰਿਟਾਈਜ਼ ਹੀ ਕਰੇਗਾ, ਹਾਵੜਾ ਲੱਗਿਆ ਹੋਇਆ ਕਹਿੰਦੇ ਨਾ, ਇਹ ਕ੍ਰਿਟਾਈਜ਼ ਹੀ ਕਰੇਗਾ। ਇਹ ਕਹਿੰਦਾ ਐਨਸ਼ੀਅੰਟ, ਜਿਵੇਂ ਪਹਿਲਾਂ ਇਹ ਐਨਸ਼ੀਅੰਟ ਤੇ ਗ੍ਰੀਕ ਨੂੰ ਰਿਪਰਜੈਂਟ ਕਰਦਾ। ਹੁਣ ਕੋਈ ਬੰਦਾ ਹਾਵੜਾ ਤੋਂ ਹੈ, ਐਵੇਂ ਕਹਿ ਸਕਦੇ ਹੋ ਪੁਰਾਣਾ ਤੇ ਦੂਰ ਵਾਲਾ ਹੋ ਗਿਆ ਹਾਵੜਾ। ਲਿਸੀਡੀਸ ਹੁੰਦਾ, ਲਿਸੀਡੀਸ ਰਿਪਰਜੈਂਟ ਕਰਦਾ ਸੈਡਲੀ ਨੂੰ। ਹੁਣ ਲਿਸੀਡੀਸ ਸੈਲਿਸ ਹੈ, ਸੈਡ ਹੈ, ਸੈਡਲੀ ਹੈ, ਇਹ ਫਰਾਂਸ ਦਾ ਹੈ, ਫਰਾਂਸ ਦੇ ਲੋਕ ਲਿਸਿਲਿਸ ਸੀ, ਸੈਡਲੀ। ਨਿਆਂਡਰ ਖੁਦ ਹੁੰਦਾ, ਨਿਆਂਡਰ ਨਵਾਂ। ਇਹ ਕਹਿੰਦਾ ਵੀ ਇੰਗਲੈਂਡ ਦੇ ਜਿਹੜੀਆਂ ਲਿਬਰਟੀ ਆਫ ਡਰਾਮਾ, ਹੁਣ ਜਿਹੜਾ ਨਵਾਂ ਪਰਸਨ ਹੈ ਉਹ ਲਿਬਰਟੀ ਮੰਗਦਾ ਹਰੇਕ ਚੀਜ਼ ਤੋਂ, ਡਰਾਮੇ ਦੀ ਵੀ, ਕ੍ਰਿਟਿਕਸ ਦੀ ਵੀ, ਕ੍ਰਿਟੀਕਲ ਥਿਊਰੀਜ਼ ਦੀ ਵੀ, ਸਾਰੀ ਲਿਬਰਟੀ ਹੋਣੀ ਚਾਹੀਦੀ ਹੈ। ਇਹ ਨਿਆਂਡਰ ਦੱਸਦਾ, ਨਵੇਂ ਬੰਦੇ ਜਿਹੜੇ ਹਮੇਸ਼ਾ ਕਿਹਦੀ ਗੱਲ ਕਰਦੇ ਨੇ, ਲਿਬਰਟੀ ਦੀ ਗੱਲ ਕਰਦੇ ਨੇ। ਲਿਸੀਡਸ ਲਿਸਾ, ਸੈਡਲੀ ਹੋਊਗਾ ਤਾਂ ਫਰਾਂਸ ਦਾ। ਕ੍ਰਿਟਿਕਸ ਸੀਗੇ ਜਿਹੜੇ ਰੋਬਰਟ ਹਾਵਰਡ, ਕ੍ਰਿਟਿਕਸ ਸੀਗਾ ਉਹਦਾ ਜੀ ਮਤਲਬ ਕਿ ਸਾਲਾ, ਕ੍ਰਿਟਿਕਸ ਸੀਗੇ ਐਨਸ਼ੀਅੰਟ ਤੇ ਗ੍ਰੀਕ। ਇਗਨਿਸ ਸੀਗਾ ਸ਼ੈਕਵੈਲ, ਇਗਨਿਸ ਨਾਲ ਚੰਗਾ, ਸ਼ੱਕ ਦੀ ਕਿਤੇ ਜਗ੍ਹਾ ਨਹੀਂ ਹੈਗੀ, ਤੇ ਮਾਡਰਨ ਡਰਾਮਾ। ਇਸ ਤੋਂ ਬਾਅਦ ਸੀਗਾ ਵਰਕ ਆਫ ਵਰਜਲ ਵੀ ਆਉਂਦਾ 1697 ਦੇ ਵਿੱਚ, 1697 ਦੇ ਵਿੱਚ। ਆਪਾਂ ਨੂੰ ਪਤਾ ਹੈ ਕਿ ਲਾਸਟ ਵਾਲੇ ਦਿਨਾਂ ਦੇ ਵਿੱਚ ਇਹਦੇ ਕੋਲੇ ਕੋਈ ਵਰਕ ਨਹੀਂ ਹੁੰਦਾ, ਕਿਉਂਕਿ 1668 ਤੋਂ ਲੈ ਕੇ 1688 ਤੱਕ ਇਹ ਪੋਇਟ ਲੋਰੀਏਟ ਰਹਿੰਦਾ ਹੈ। ਉਸ ਤੋਂ ਬਾਅਦ 17 ਦੇ ਵਿੱਚ, ਉਸ ਤੋਂ ਬਾਅਦ ਮੰਨ ਕੇ ਚਲੋ 2 ਸਾਲਾਂ ਦੇ ਬਾਅਦ ਹੀ 1670 ਦੇ ਵਿੱਚ ਇਹ ਹਿਸਟੋਰੀਗ੍ਰਾਫਰ ਬਣ ਜਾਂਦਾ। ਪਰ ਬਾਅਦ ਦੇ ਵਿੱਚ ਜਦੋਂ ਸੈਕਿੰਡ ਪੋਇਟ ਲੋਰੀਏਟ ਆ ਜਾਂਦਾ, ਇਸ ਤੋਂ ਦੋਨੋਂ ਉਪਦੀਆਂ ਖੋਲ੍ਹੀਆਂ ਜਾਂਦੀਆਂ ਨੇ 89 ਦੇ ਵਿੱਚ। ਜਦੋਂ 89 ਦੇ ਵਿੱਚ ਖੋਲ੍ਹੀਆਂ ਜਾਂਦੀਆਂ ਨੇ, ਫਿਰ ਇਹ ਕੁਛ ਵਰਕ ਨੂੰ ਟਰਾਂਸਲੇਟ ਕਰਨ ਦਾ ਹੀ ਕੰਮ ਕਰਦਾ, ਜਿਹਦੇ ਵਿੱਚ ਇੱਕ ਇਹਦਾ ਇੰਪੋਰਟੈਂਟ ਵਰਕ ਸੀਗਾ ਜਿਹਨੇ ਟਰਾਂਸਲੇਟ ਕੀਤਾ ਸੀਗਾ, ਵਰਜਲ ਦਾ ਜਿਹੜਾ ਵਰਕ ਸੀਗਾ, ਐਨੀਅਡ ਆਪਾਂ ਕਿਆ ਯਾਦ ਰੱਖਦੇ ਹਾਂ, ਐਨੀਅਡ ਸੀਗਾ ਜਿਹੜਾ ਇਹਦਾ ਵਰਕ ਮੋਸਟ ਇੰਪੋਰਟੈਂਟ ਵਰਕ ਸੀਗਾ, ਉਸ ਨੂੰ ਟਰਾਂਸਲੇਟ ਕਰਦਾ, ਉਹ 1697 ਦੀ ਗੱਲ ਹੈ। ਸੋ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਉਹ ਜੌਨ ਡਰਾਈਡਨ ਦੇ ਸੀਗੀ, ਜਿਹੜੇ ਸਾਰੇ ਉਹਦੇ ਵਰਕ ਸੀਗੇ ਮੋਸਟ ਇੰਪੋਰਟੈਂਟ, ਤੇ ਮੋਸਟਲੀ ਮੈਂ ਸਾਰੇ ਡਿਸਕਸ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਤੇ ਇਕੱਲਾ ਕਰਕੇ ਉਹਦੇ ਵਿੱਚ ਕੁਝ ਖਾਸ ਚੀਜ਼ਾਂ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਇਓਗ੍ਰਾਫੀ ਤੇ ਕਿਸ ਨੇ ਇਸ ਨੂੰ ਕੀ ਕਿਹਾ, ਕਮੈਂਟਸ, ਸਾਰੀਆਂ ਗੱਲਾਂ ਡਿਸਕਸ ਕਰਦੇ ਹੋਏ ਅੱਜ ਅਸੀਂ ਇਸ ਵਰਕ ਨੂੰ ਕੰਪਲੀਟ ਕਰ ਚੁੱਕੇ ਹਾਂ। ਤੇ ਜਿਹੜੇ ਇਹਦੇ ਮੇਨ ਇੰਪੋਰਟੈਂਟ ਕੁਝ ਵਰਕ ਨੇ, ਜਿਵੇਂ ਐਗਜ਼ਾਮਪਲ ਲੈ ਲਓ ਕਿ ਮੈਕਫਲੈਕਨੋ ਸੀਗਾ ਤੇ ਐਜ਼ਲਮੈਨੈਕਟੋਫਿਲਸ ਸੀਗਾ, ਉਹਨਾਂ ਨੂੰ ਅਸੀਂ ਸਮਰੀ ਦੇ ਰੂਪ ਦੇ ਵਿੱਚ ਪੇਸ਼ ਕਰਾਂਗੇ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।